जगबाणी देख रहे सारे दर्शकों का स्वागत है। मैं हाँ संदीप लादूका। दोस्तों, दुनिया ਦੇ ਵਿੱਚ बहुत ਸਾਰੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹੀਆਂ ਨੇ। ਉਸ ਦੇ ਵਿੱਚ ਇੱਕ ਖਾਸ ਕਰਕੇ ਜਦੋਂ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦਾ ਸੀਜ਼ਨ ਵੀ ਸ਼ੁਰੂ ਹੋ ਗਿਆ ਔਰ ਇਸ ਦੇ ਨਾਲ ਹੀ ਬਹੁਤ ਸਾਰੇ ਸਵਾਲ ਵੀ ਖੜੇ ਹੋਏ ਨੇ ਕਿਉਂਕਿ ਕਰੋਨਾ ਮਹਾਮਾਰੀ ਦੇ ਕਰਕੇ ਪ੍ਰਵਾਸੀ ਮਜ਼ਦੂਰ ਪੰਜਾਬ ਵਿੱਚ ਨਹੀਂ ਪਹੁੰਚ ਪਾ ਰਹੇ। ਉਸ ਦੇ ਕਰਕੇ ਕਿਸਾਨਾਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਨੇ ਔਰ ਜਿਹੜੇ ਮਜ਼ਦੂਰ ਨੇ ਝੋਨੇ ਦੀ ਲਵਾਈ ਦਾ ਕੰਮ ਹੈ ਉਹ ਵੀ ਇੱਕ ਕਿਤੇ ਨਾ ਕਿਤੇ ਮੁੱਲ ਨੂੰ ਲੈ ਕੇ ਝੋਨੇ ਦੀ ਲਵਾਈ ਦਾ ਬਹੁਤ ਰੇੜਕਾ ਬਣਿਆ ਹੋਇਆ। ਇਸ ਦੇ ਨਾਲ ਮਜ਼ਦੂਰਾਂ ਦੇ ਵਿੱਚ ਔਰ ਕਿਸਾਨਾਂ ਦੇ ਵਿੱਚ ਤਕਰਾਰ ਵੀ ਹੋਏ ਔਰ ਬਹੁਤ ਸਾਰੀਆਂ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਵੀ ਪਾਸ ਕੀਤੇ ਕਿ ਝੋਨੇ ਦੀ ਲਵਾਈ ਨੂੰ ਇੱਕ ਖਾਸ ਦਾਇਰੇ 'ਤੇ ਜਾ ਕੇ ਸੀਮਿਤ ਕਰ ਦਿੱਤਾ ਗਿਆ। ਇਹ ਸਾਰੇ ਮਸਲੇ ਨੂੰ ਸੁਲਝਾਇਆ ਕਿਵੇਂ ਜਾ ਸਕਦਾ ਹੈ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਹੁਣ ਸਿੱਧੀ ਬਿਜਾਈ ਦਾ ਜਿਹੜਾ ਇੱਕ ਪ੍ਰਣਾਲੀ ਹੈ ਉਸ ਨੂੰ ਬਹੁਤ ਤਵੱਜੋ ਦਿੱਤੀ ਜਾ ਰਹੀ ਹੈ। ਇਹ ਸਾਰੇ ਮਸਲੇ ਦੇ ਉੱਤੇ ਅਸੀਂ ਚਰਚਾ ਕਰਨ ਲਈ ਸਾਡੇ ਨਾਲ ਮਹਿਮਾਨ ਜੁੜੇ ਨੇ। ਸਭ ਤੋਂ ਪਹਿਲਾਂ ਮੈਂ ਜਾਣ ਪਛਾਣ ਕਰਾਉਣੀ ਚਾਹੁੰਦਾ ਕਿ ਸਾਡੇ ਨਾਲ ਫਾਜ਼ਿਲਕਾ ਜ਼ਿਲ੍ਹੇ ਤੋਂ ਕਿਸਾਨ ਨੇ ਭਗਵੰਤ ਸਿੰਘ, ਜਿਹੜੇ ਕਿ ਝੋਨੇ ਦੀ ਬਿਜਾਈ ਕਰ ਰਹੇ ਨੇ। ਸਿੱਧੀ ਬਿਜਾਈ ਵੀ ਇਹਨਾਂ ਨੇ ਕੀਤੀ ਹੈ। ਇਹਨਾਂ ਤੋਂ ਜਾਣਾਂਗੇ ਕੀ ਤਜਰਬਾ ਰਿਹਾ। ਔਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸਾਡੇ ਨਾਲ ਡਾਕਟਰ ਮੱਖਣ ਸਿੰਘ ਭੁੱਲਰ ਜੀ ਨੇ, ਖੇਤੀਬਾੜੀ ਵਿਗਿਆਨੀ ਨੇ। ਇਹਨਾਂ ਤੋਂ ਵੀ ਜਾਣਾਂਗੇ ਕਿ ਤਕਨੀਕੀ ਪੱਖ ਕੀ ਨੇ, ਝੋਨੇ ਦੀ ਸਿੱਧੀ ਬਿਜਾਈ ਦਾ ਫਾਇਦਾ ਕੀ ਹੈ ਔਰ ਨੁਕਸਾਨ ਕੀ ਹੈ। ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾਕਟਰ ਗਿਆਨ ਸਿੰਘ ਵੀ ਜੁੜ ਚੁੱਕੇ ਨੇ। ਡੂੰਘੀ ਸਮਝ ਰੱਖਦੇ ਨੇ ਕਿਉਂਕਿ ਪੇਂਡੂ ਖੇਤਰਾਂ ਦੇ ਵਿੱਚ ਇਹਨਾਂ ਨੇ ਖੋਜ ਦਾ ਕੰਮ ਵੀ ਬਖੂਬੀ ਕੀਤਾ। ਇਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਮਜ਼ਦੂਰਾਂ ਤੇ ਕਿਸਾਨਾਂ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਿਵੇਂ ਕੀਤਾ ਜਾ ਸਕਦਾ ਹੈ। ਔਰ ਸਾਡੇ ਨਾਲ ਜਗਬਾਣੀ ਦੇ ਖੇਤੀਬਾੜੀ ਪੱਤਰਕਾਰ ਸਰਬਜੀਤ ਸਿੰਘ ਜੀ ਵੀ ਮੌਜੂਦ ਨੇ ਔਰ ਇਹ ਰਿਪੋਰਟ ਕਰਦੇ ਇਹਨਾਂ ਨੇ ਕੀ ਤਜਰਬਾ ਹਾਸਲ ਕੀਤਾ ਹੈ, ਇਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਭਗਵੰਤ ਸਿੰਘ ਜੀ, ਤੁਸੀਂ ਦੱਸੋ ਕਿ ਝੋਨੇ ਦੀ ਲਵਾਈ ਦਾ ਜੋ ਕੰਮ ਸ਼ੁਰੂ ਕੀਤਾ ਗਿਆ ਔਰ ਸਿੱਧੀ ਬਿਜਾਈ ਤੁਸੀਂ ਕੀਤੀ ਹੈ ਔਰ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਕਿਸਾਨਾਂ ਨੂੰ ਜ਼ਮੀਨੀ ਪੱਧਰ ਤੇ। ਦੇਖੋ ਜੀ, ਸਭ ਤੋਂ ਪਹਿਲਾਂ ਜਿਹੜੀ ਮੁਸ਼ਕਲ ਆ ਰਹੀ ਹੈ ਵੀ ਮਤਲਬ ਜਿਹੜੀ ਮਸ਼ੀਨਰੀ ਆ ਉਹ ਦੇਖੋ ਮਜ਼ਦੂਰਾਂ ਨੇ ਘੱਟ ਮਜ਼ਦੂਰ ਲੇਬਰ ਬਾਹਰ ਦੀ ਹੋਣ ਕਾਰਨ ਰੇਟ ਵੱਧ ਗਏ। ਪਿੰਡੂ ਲੇਬਰ ਜੋ ਆਪਣੀ ਪੰਜਾਬ ਦੀ ਲੋਕਲ ਲੇਬਰ ਆ ਉਹਦੇ ਨਾਲ ਜਦੋਂ ਮਜ਼ਦੂਰ ਘੱਟ ਆ ਤਾਂ ਆਲਰੇਡੀ ਰੇਟ ਵਧਣਾ ਹੈ। ਪਰ ਸਭ ਤੋਂ ਵੱਡੀ ਮੁਸ਼ਕਲ ਹੈ ਜੋ ਮਸ਼ੀਨ ਬਣਦੀਆਂ ਮਤਲਬ ਸਿੱਧੀਆਂ ਬਿਜਾਈ ਦੀਆਂ, ਉਹ ਬੇਲੋੜੀਆਂ ਮਹਿੰਗੀਆਂ ਹੋ ਗਈਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸੀਗੀਆਂ। ਸਮਾਂ ਮਾੜਾ ਹੈ, ਮਤਲਬ ਉਹਦੇ ਵਿੱਚ ਬੇਲੋੜੇ ਰੇਟ ਵੱਧ ਗਏ। ਆਮ ਫਾਰਮਰ ਪਰਚੇਜ ਨਹੀਂ ਕਰ ਪਾ ਰਿਹਾ ਉਸ ਚੀਜ਼ ਨੂੰ। ਚਲੋ ਯੂਨੀਵਰਸਿਟੀ ਨੇ ਉਹਦਾ ਸੋਲੂਸ਼ਨ ਦੱਸਿਆ, ਹੱਲ ਦੱਸਿਆ, ਹੋਰ ਮਾਹਿਰਾਂ ਨੇ, ਜ਼ਿਮੀਦਾਰ ਨੇ ਆਪਦਾ ਕੋਈ ਦੇਸੀ ਜੁਗਾੜ ਕੀਤਾ, ਕੋਈ ਕਣਕ ਮਸ਼ੀਨ ਵਾਲੇ ਨੂੰ ਕੀਤਾ ਜਾਂ ਕਿਸੇ ਨੂੰ ਕੀਤਾ। ਵੈਸੇ ਉਹ ਪੰਜਾਬ ਦੇ ਹਿੱਤ ਦੀ ਚੀਜ਼ ਹੈ, ਪੰਜਾਬ ਨੂੰ ਮਤਲਬ ਬਹੁਤ ਫਾਇਦਾ। ਪਹਿਲਾਂ ਮੇਰਾ ਨੁਕਸਾਨ ਹੋਇਆ ਇੱਕ ਵਾਰੀ, ਮੈਂ ਝੋਨਾ ਸਿੱਧਾ ਬੀਜ ਕੇ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਦੇ ਮੁਤਾਬਕ ਸਿੱਧਾ ਉਹ ਸਿਲੈਕਟਡ ਹਰਬੀਸਾਈਡ ਨਹੀਂ ਆਈ ਸੀ ਜਦੋਂ ਅਸੀਂ ਸਿੱਧੀ ਬਿਜਾਈ ਕੀਤੀ। ਹੁਣ ਸਾਡੇ ਕੋਲੇ ਕੰਪਨੀਆਂ ਵੱਲੋਂ ਸਿਲੈਕਟਡ ਹਰਬੀਸਾਈਡ ਆ ਚੁੱਕੇ ਆ। ਇਹਦੇ ਨਾਲ ਫਾਰਮਰ ਦਾ ਜੇ ਨਦੀਨ ਹੋਊਗਾ ਤਾਂ ਉਹ ਮੇਨ ਮਤਲਬ ਨਦੀਨ ਦੀ ਹੁੰਦੀ ਸੀ। ਜਦੋਂ ਝੋਨੇ ਦੀ ਸਿੱਧੀ ਬਿਜਾਈ ਕਰਦੇ ਸੀ ਤਾਂ ਨਦੀਨ ਕੰਟਰੋਲ ਨਹੀਂ ਹੁੰਦਾ ਸੀ। ਤੇ ਹੁਣ ਸਭ ਤੋਂ ਮਤਲਬ ਇਹ ਪੱਖ ਹੈ ਜਿਹੜਾ ਵਧੀਆ, ਇੱਕ ਤਾਂ ਮਸ਼ੀਨਰੀ ਵਧੀਆ ਆ ਗਈ। ਫਿਰ ਜਿਹੜਾ ਸੋਸ਼ਲ ਮੀਡੀਆ ਨੇ ਦੂਜੇ ਨੂੰ ਸਹਿਯੋਗ ਦਿੱਤਾ ਬਹੁਤ, ਜਿਹੜਾ ਬਾਹਰ ਇੱਕ ਬੰਦੇ ਨੇ ਤਕਨੀਕ ਸਾਂਝੀ ਕੀਤੀ ਆਪਦੀ, ਯੂਨੀਵਰਸਿਟੀ ਦੇ ਡਾਕਟਰਾਂ ਨੇ ਵੀ ਕੀਤੀ, ਐਗਰੀਕਲਚਰ ਡਿਪਾਰਟਮੈਂਟ ਫਾਜ਼ਿਲਕਾ ਵੱਲੋਂ ਹਦਾਇਤਾਂ ਹੋਈਆਂ ਵੀ ਤੁਸੀਂ ਦੱਸਿਆ ਗਿਆ ਚੀਫ ਸਾਹਿਬ ਨੇ ਬਹੁਤ ਵਧੀਆ, ਮੈਂ ਉਹ ਸੁਣੀ ਉਹਨਾਂ ਦੀ ਬੜੇ ਵਧੀਆ ਢੰਗ ਨਾਲ। ਦੇਰ ਤੋਂ ਕਰਦੇ ਆ ਰਹੇ ਹੋ, ਕਿੰਨੇ ਸਾਲਾਂ ਤੋਂ? ਮੈਂ 2016 'ਚੋਂ ਕੀਤੀ ਆ ਜੀ। ਤੇ ਜਦੋਂ ਮੈਨੂੰ ਮੁਸ਼ਕਲ ਆਈ ਮੈਂ ਵਿੱਚੋਂ ਛੱਡ ਵੀ ਗਿਆ ਜਦੋਂ ਲੇਬਰ ਆਮ ਮਿਲਦੀ ਸੀ। ਪਰ ਹੁਣ ਦੁਬਾਰਾ ਫਿਰ ਸਿੱਧੀ ਬਿਜਾਈ 7 ਏਕੜ ਕਰੂੰਗਾ ਜੀ। ਮੁਸ਼ਕਲਾਂ ਕੀ ਆਈਆਂ? ਮੇਨ ਨਦੀਨ ਦੀ ਮੁਸ਼ਕਲ ਆਉਂਦੀ ਹੈ ਜੀ, ਜਦੋਂ ਵੀ ਆਉਂਦੀ ਹੈ, ਹੋਰ ਕੋਈ ਮੁਸ਼ਕਲ ਨਹੀਂ ਆਉਂਦੀ। ਜਦੋਂ ਨਦੀਨ ਸਾਡੇ ਕੋਲ ਉਦੋਂ ਸਿਲੈਕਟਡ ਹਰਬੀਸਾਈਡ ਨਹੀਂ ਸੀ, ਉਦੋਂ ਤੋਂ ਰਿਕਮੈਂਡੇਸ਼ਨ ਸੀਗੀ ਯੂਨੀਵਰਸਿਟੀ ਦੀ, ਉਹ ਜਿਹੜੀਆਂ ਸਟਾਪ ਐਕਸਟਰਾ ਸੀਗਾ ਉਹ ਜਦੋਂ ਪਾਣੀ ਲਾ ਦੇਣਾ ਉਦੋਂ ਬਾਅਦ ਨਦੀਨ ਹੋ ਜਾਂਦਾ। ਤੇ ਹੁਣ ਜਿਹੜੀਆਂ ਵੀ ਸਮੱਸਿਆਵਾਂ ਨੇ ਤੁਸੀਂ ਆਪਣੀਆਂ ਰੱਖ ਸਕਦੇ ਹੋ। ਇਸ ਤੋਂ ਪਹਿਲਾਂ ਅਸੀਂ ਚੱਲਦੇ ਹਾਂ ਡਾਕਟਰ ਮੱਖਣ ਸਿੰਘ ਭੁੱਲਰ ਹੋਰਾਂ ਕੋਲ। ਉਹ ਦੱਸਣਗੇ ਕਿ ਜੋ ਮੁਸ਼ਕਲਾਂ ਕਿਸਾਨ ਨੂੰ ਆ ਰਹੀਆਂ ਨੇ ਉਸ ਨੂੰ ਹੱਲ ਕਿਵੇਂ ਕੀਤਾ ਜਾ ਸਕਦਾ ਹੈ। ਮੱਖਣ ਸਿੰਘ ਜੀ, ਵਿਸਥਾਰ ਦੇ ਨਾਲ ਜਾਣਕਾਰੀ ਦਿਓ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਜੋ ਸਿਫਾਰਿਸ਼ ਕੀਤਾ ਜਾਂਦਾ ਹੁਣ ਤੱਕ ਉਸ ਦਾ ਜ਼ਮੀਨੀ ਪੱਧਰ ਤੇ ਲਾਭ ਕਿੰਨਾ ਕੁ ਮਿਲਦਾ ਹੈ ਔਰ ਝੋਨੇ ਦੀ ਸਿੱਧੀ ਬਿਜਾਈ ਦੇ ਫਾਇਦੇ ਕੀ ਨੇ, ਨੁਕਸਾਨ ਕੀ ਨੇ? ਜੀ ਸਿੰਘ, ਜਿਹੜੀ ਆਪਾਂ ਝੋਨੇ ਦੀ ਸਿੱਧੀ ਬਿਜਾਈ ਆਪਾਂ ਯੂਨੀਵਰਸਿਟੀ ਵੱਲੋਂ 2010 ਦੇ ਵਿੱਚ ਰਿਕਮੈਂਡ ਕੀਤੀ ਸੀ।
ਉਸ ਟਾਈਮ ਮੈਂ ਜਦੋਂ ਸਿਫਾਰਿਸ਼ ਕੀਤੀ ਸੀਗੀ, ਉਸ ਤੋਂ ਪਹਿਲਾਂ ਇੱਕਦਮ ਇਹਦੇ ਕਾਫੀ ਏਰੀਆ ਵਧਿਆ, ਫਿਰ ਉਸ ਤੋਂ ਬਾਅਦ ਇੱਕਦਮ ਘਟਣਾ ਸ਼ੁਰੂ ਹੋ ਗਿਆ। ਫਿਰ ਜਿਸ ਤਰ੍ਹਾਂ ਫਿਰ ਅਸੀਂ ਆਇਡੈਂਟੀਫਾਈ ਕੀਤੇ ਜ਼ਿਮੀਂਦਾਰਾਂ ਨਾਲ ਗੱਲ ਕਰਕੇ ਵੀ ਕਿ ਇਹਦਾ ਮੇਨ ਕਾਰਨ ਕੀ ਹੋਇਆ। ਉਹ ਇੱਕ ਤਾਂ ਇਹ ਸੀਗਾ ਵੀ ਕਾਫੀ ਜ਼ਿਮੀਂਦਾਰਾਂ ਨੇ ਇਹਨਾਂ ਨੂੰ ਰੇਤਲੀਆਂ ਜ਼ਮੀਨਾਂ ਤੇ ਵੀ ਲੈ ਗਏ ਸੀਗੇ, ਵੀ ਇਹਨਾਂ ਨੇ ਉੱਥੇ ਝਾੜ ਘਟ ਜਾਂਦਾ, ਇੱਕ ਤਾਂ ਉਹ ਕਾਰਨ ਸੀ। ਦੂਜਾ, ਜਿਸ ਤਰ੍ਹਾਂ ਸਰਦਾਰ ਜੀ ਹੋਰਾਂ ਨੇ ਦੱਸਿਆ ਵੀ ਨਦੀਨਾਂ ਦੀ ਸਮੱਸਿਆ ਵੱਡੀ ਸੀਗੀ, ਬਹੁਤ ਜ਼ਿਆਦਾ ਹੋ ਜਾਂਦੀ ਸੀ, ਜਿਹਦਾ ਕਰਕੇ ਲੋਕਾਂ ਨੂੰ ਇਹ ਵਾਹੁਣਾ ਪੈਂਦਾ ਸੀ। ਤੇ ਤੀਜੀ ਸਮੱਸਿਆ ਸੀਗੀ ਵੀ ਲੋਹੇ ਦੀ ਘਾਟ ਆ ਜਾਂਦੀ, ਤੇ ਇੱਕ ਕੁਛ ਵੈਰਾਈਟੀਆਂ ਵੀ ਸਾਡੇ ਕੋਲ ਇਸ ਤਰ੍ਹਾਂ ਦੀਆਂ ਸੀਗੀਆਂ। ਸੋ ਇਹ ਕਾਰਨ ਸਾਨੂੰ ਜਿਹੜੇ ਪਤਾ ਲੱਗੇ ਸੀਗੇ। ਸੋ ਉਸ ਤੋਂ ਬਾਅਦ ਫਿਰ ਅਸੀਂ ਜਿਵੇਂ ਇਸ ਸਾਲ ਅਸੀਂ ਇੱਕ ਨਾ ਜੀ ਨਵੀਂ ਸਿਫਾਰਿਸ਼ ਦਿੱਤੇ ਆ, ਕਿਉਂਕਿ ਜੇ ਆਪਾਂ ਦੇਖੀਏ ਪਿਛਲੇ ਸਾਲ ਜਿਹੜਾ ਨਾ 8,000 ਏਕੜ ਏਰੀਆ ਸੀ ਸਿੱਧੀ ਬਿਜਾਈ ਥੱਲੇ, ਇਸ ਵਾਰੀ ਜਿਹੜਾ ਮਹਿਕਮੇ ਦਾ ਐਸਟੀਮੇਟ ਆ ਉਹਨਾਂ ਦਾ 10 ਲੱਖ ਏਕੜ ਤੇ ਨੇੜੇ ਤੇੜੇ ਆ। ਸੋ ਇਹਦੇ ਵਿੱਚ ਜ਼ਿਆਦਾ ਕਿਸਾਨ ਆ ਜਿਹੜੇ ਨਵੇਂ ਨੇ, ਪਹਿਲੀ ਵਾਰ ਕਰ ਰਹੇ ਆ। ਸੋ ਹੁਣ ਅਸੀਂ ਇੱਕ ਨਵੀਂ ਤਕਨੀਕ ਦਿੱਤੀ ਆ, ਇਹਦੇ ਵਿੱਚ ਅਸੀਂ ਕੀ ਹੈ ਵੀ ਜਿਹੜੀਆਂ ਪਿਛਲੀਆਂ ਸਮੱਸਿਆ ਸੀ ਨਾ, ਇੱਕ ਤਾਂ ਲੋਹੇ ਦੀ ਘਾਟ ਆਉਂਦੀ ਸੀ, ਨਦੀਨਾਂ ਦੀ ਸਮੱਸਿਆ ਆਉਂਦੀ ਸੀ, ਇੱਕ ਉਹਦੇ 'ਚ ਵੀ ਪਾਣੀ ਜ਼ਿਆਦਾ ਲੱਗਦੇ ਸੀ ਵੀ ਉਹ ਸੁੱਕੇ ਖੇਤ 'ਚ ਬਿਜਾਈ ਕਰਕੇ ਫਿਰ ਉਹ ਪਾਣੀ ਲਾਉਂਦੇ ਸੀ, 15 ਕੁ ਦਿਨਾਂ 3-4 ਪਾਣੀ ਲੱਗ ਜਾਂਦੇ ਸੀ। ਜਿਹੜੀ ਇਹ ਤਕਨੀਕ ਦੇ ਵਿੱਚ ਅਸੀਂ ਲੇਜ਼ਰ ਲੈਵਲ ਕਰਕੇ ਕਣਕਾਂ ਨੂੰ ਰੌਣੀ ਕਰ ਦਿੰਦੇ ਹਾਂ। ਰੌਣੀ ਕਰਕੇ ਜਦੋਂ ਖੇਤ ਬੱਤਰ ਆ ਜਾਂਦਾ, ਇੱਕ ਬੱਤਰ ਹੁੰਦਾ, ਇੱਕ ਅਸੀਂ ਕਹਿੰਦੇ ਹਾਂ ਤਰ ਬੱਤਰ। ਉਹਦਾ ਮਤਲਬ ਕਿ ਜਦੋਂ ਟਰੈਕਟਰ ਖੁੱਟੀਆਂ ਥੋੜ੍ਹੀ ਖੁੱਲ੍ਹੀਆਂ ਹੋਣ, ਤੇ ਉਦੋਂ ਅਸੀਂ ਕਹਿੰਦੇ ਹੋਛਾ ਜਿਹਾ ਵਾਹ ਲਓ 2 ਘੰਟੇ, ਤੇ ਉਸ ਤੋਂ ਬਾਅਦ ਸੁਹਾਗੇ ਮਾਰ ਦਿਓ। ਨੂੰ ਪ੍ਰਸ਼ਾਸਨ ਦੇ ਵੱਲੋਂ ਕਿ ਕਦੋਂ ਤੱਕ ਅਸੀਂ ਇਸ ਝੋਨੇ ਦੀ ਸਿੱਧੀ ਬਿਜਾਈ ਦੇ ਨਾਲ ਅਸੀਂ ਕਾਮਯਾਬ ਹੁੰਦੇ ਆ ਜਾਂ ਨਹੀਂ ਹੁੰਦੇ। ਇਸ ਦੇ ਨਾਲ ਨੁਕਸਾਨ ਪਿਛਲੇ ਦਿਨਾਂ ਵਿੱਚ ਵੀ ਜਾਂ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਦਾ ਹੀ ਹੋਇਆ। ਡਾਕਟਰ ਗਿਆਨ ਸਿੰਘ ਜੀ, ਤੁਸੀਂ ਵਿਸਤਾਰ ਦੇ ਨਾਲ ਜ਼ਰੂਰ ਦੱਸੋ ਕਿ ਮਜ਼ਦੂਰਾਂ ਤੇ ਕਿਸਾਨਾਂ ਦੇ ਵਿੱਚ ਜੋ ਤਕਰਾਰ ਬਣਿਆ ਹੋਇਆ ਝੋਨੇ ਦੀ ਲਵਾਈ ਨੂੰ ਲੈ ਕੇ, ਪ੍ਰਵਾਸੀ ਮਜ਼ਦੂਰ ਆ ਨਹੀਂ ਰਹੇ, ਉਸ ਦੇ ਕਰਕੇ ਬਹੁਤ ਸਾਰੀ ਦਿੱਕਤ ਆ ਰਹੀ ਹੈ। ਤੁਸੀਂ ਕੀ ਸਮਝਦੇ ਹੋ, ਇਸ ਮਸਲੇ ਦਾ ਹੱਲ ਕਿਵੇਂ ਹੋ ਸਕਦਾ? ਸੰਦੀਪ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਝੋਨੇ ਦੀ ਫਸਲ ਹੈ ਉਹ ਸਾਡੇ ਖੇਤੀਬਾੜੀ ਜਲਵਾਯੂ ਹਾਲਤਾਂ ਅਨੁਸਾਰ ਢੁਕਵੀਂ ਫਸਲ ਨਹੀਂ। ਜਦੋਂ ਭਾਰਤ ਸਰਕਾਰ ਬਾਹਰਲੇ ਦੇਸ਼ਾਂ ਤੋਂ ਅਨਾਜ ਮੰਗਵਾ ਰਹੀ ਸੀ 60ਵਿਆਂ ਦੇ ਵਿੱਚ, ਤਾਂ ਖੇਤੀਬਾੜੀ ਦੀ ਨਵੀਂ ਜੁਗਤ ਸ਼ੁਰੂ ਕੀਤੀ ਗਈ, ਉਹਨੂੰ ਪੰਜਾਬ ਸ਼ੁਰੂ ਕੀਤਾ ਗਿਆ। ਇੱਥੋਂ ਦੇ ਹਿੰਮਤੀ ਕਿਸਾਨਾਂ, ਖੇਤ ਮਜ਼ਦੂਰਾਂ ਤੇ ਪੇਂਡੂ ਛੋਟੇ ਕਾਰੀਗਰਾਂ ਦੀ ਹੱਡ ਭੰਨਵੀਂ ਮਿਹਨਤ ਕਰਕੇ ਉਹ ਕਾਮਯਾਬ ਹੋਈ। ਸਭ ਤੋਂ ਪਹਿਲਾਂ ਕਣਕ ਦੀ ਫਸਲ 'ਚ ਉਤਪਾਦਕਤਾ ਤੇ ਉਤਪਾਦਨ ਵਧਿਆ, ਤੇ ਉਹਦੇ ਵਧਣ ਦੇ ਨਾਲ ਜਿਹੜਾ ਹੈਗਾ ਸਾਡੀ ਬਾਹਰਲੇ ਦੇਸ਼ਾਂ ਤੋਂ ਅਨਾਜ ਮੰਗਵਾਉਣ ਦੀ ਲੋੜ ਲਗਭਗ ਖਤਮ ਹੋ ਗਈ। ਫਿਰ ਕੇਂਦਰੀ ਅਨਾਜ ਭੰਡਾਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਜਿਹੜੀ ਝੋਨੇ ਦੀ ਫਸਲ ਹੈ ਉਹ ਸਾਉਣੀ ਦੀਆਂ ਫਸਲਾਂ ਦੀ MSP ਦੇ ਵਿੱਚ ਪੰਜਾਬ ਦੇ ਸਿਰ ਮੜੀ ਗਈ। ਭਾਵ ਸਾਉਣੀ ਦੀਆਂ ਫਸਲਾਂ 'ਚੋਂ ਝੋਨੇ ਦੀ ਫਸਲ ਦੀ ਕੀਮਤ ਮੁਕਾਬਲਤਨ ਜ਼ਿਆਦਾ ਰੱਖੀ ਗਈ ਅਤੇ ਉਹਦਾ ਮੰਡੀਕਰਨ ਸਰਕਾਰ ਦੁਆਰਾ ਯਕੀਨੀ ਬਣਾਇਆ ਗਿਆ। ਤੇ ਝੋਨੇ ਦੀ ਫਸਲ ਨਾਲ ਸਾਡਾ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ। ਧਰਤੀ ਹੇਠਲਾ ਪਾਣੀ ਲਗਾਤਾਰ ਥੱਲੇ ਜਾ ਰਿਹਾ ਹੈ। ਸਾਡੇ ਜਿਹੜੇ ਨਹਿਰੀ ਪਾਣੀ ਦੀ ਸਿੰਚਾਈ ਸੀ ਉਹਦੇ ਨਾਲੋਂ ਮੋਟਰਾਂ 'ਤੇ ਆਏ, ਮੋਟਰਾਂ ਤੋਂ ਸਮਰਸੀਬਲ ਮੋਟਰਾਂ 'ਤੇ ਆਏ, ਉਹਦੇ ਵੱਲੋਂ ਕਰਜ਼ੇ 'ਤੇ ਆਏ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਹਾਲੇ ਤੱਕ ਜਿਹੜੀ ਫਸਲੀ ਬਨਸਪਤ ਹੈ ਸਾਡੇ ਕੋਲ ਬਹੁਤ ਵਧੀਆ ਸੀ ਨਵੀਂ ਖੇਤੀਬਾੜੀ ਜੁਗਤ ਸ਼ੁਰੂ ਕਰਨ ਤੋਂ ਪਹਿਲਾਂ। ਪਰ ਹੁਣ ਝੋਨੇ ਤੋਂ ਬਾਅਦ ਸਾਡੇ ਕੋਲ 2 ਫਸਲਾਂ ਮੁੱਖ ਤੌਰ 'ਤੇ ਰਹਿ ਗਈਆਂ, ਕਣਕ ਅਤੇ ਧਾਨ। ਹੁਣ ਜਿਹੜੀ ਹੁਣ ਦੀ ਸਮੱਸਿਆ ਹੈ ਉਹ ਹੈ ਕਿ ਕਰੋਨਾ ਮਹਾਮਾਰੀ ਕਰਕੇ ਜਿਹੜੇ ਸਾਡੇ ਪ੍ਰਵਾਸੀ ਮਜ਼ਦੂਰ ਆਮ ਤੌਰ 'ਤੇ ਝੋਨੇ ਦੀ ਲਵਾਈ ਕਰਦੇ ਸੀ, ਉਹ ਇੱਥੋਂ ਜਿਹੜੇ ਪਹਿਲਾਂ ਬੈਠੇ ਸੀ ਉਹ ਚਲੇ ਗਏ ਨੇ, ਤੇ ਜਿਨ੍ਹਾਂ ਨੇ ਮੌਕੇ ਆਉਣਾ ਸੀ ਉਹਨਾਂ ਦੇ ਆਉਣ ਦੀ ਕੋਈ ਸੰਭਾਵਨਾ ਨਹੀਂ ਹੈਗੀ। ਆਮ ਤੌਰ 'ਤੇ ਝੋਨੇ ਦੀ ਲਵਾਈ ਦੇ ਜਿਹੜੇ ਰੇਟ ਨੇ ਉਹ ਉਹਨਾਂ ਦੀ ਮੰਗ ਦੇ ਪੂਰਤੀ ਦੁਆਰਾ ਨਿਰਧਾਰਿਤ ਹੁੰਦੇ ਨੇ। ਨੈਚੁਰਲੀ ਲੇਬਰ ਘੱਟ ਹੈਗੀ, ਤੇ ਜਿਹੜਾ ਹੈਗਾ ਉਹਦੀ ਮੰਗ ਪਹਿਲਾਂ ਜਿੰਨੀ ਹੈਗੀ, ਉਹਨਾਂ ਦੇ ਰੇਟ ਕੁਛ ਵਧੇ ਨੇ। ਕੁਛ ਪਿੰਡਾਂ 'ਚੋਂ ਤਕਰਾਰ ਦੀਆਂ, ਟੈਨਸ਼ਨ ਦੀਆਂ ਪ੍ਰੋਬਲਮ ਆਈਆਂ ਨੇ, ਰੈਜੂਲੇਸ਼ਨ ਦੇ ਪ੍ਰੋਬਲਮ ਆਈਆਂ, ਇੱਥੋਂ ਕਿ ਸਮਾਜਿਕ ਬਾਈਕਾਟ ਦੀਆਂ ਪ੍ਰੋਬਲਮ ਵੀ ਆਈਆਂ ਨੇ। ਪਰ ਉਹਨਾਂ ਨੂੰ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਦੁਆਰਾ ਕਾਫੀ ਹੱਦ ਤੱਕ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹਦਾ ਇੱਕ ਜਦ ਤੱਕ ਪੱਕਾ ਹੱਲ ਤਾਂ ਹੈ ਕਿ ਸਾਨੂੰ
ਝੋਨੇ ਦੀ ਜਗ੍ਹਾ ਸਾਡੀਆਂ ਬਣਦੀਆਂ ਫਸਲਾਂ ਦਿੱਤੀਆਂ ਜਾਣ, ਜਿਵੇਂ ਕਣਕ ਹੈ, ਇਹ ਮੱਕੀ ਹੈ, ਕਪਾਹ, ਨਰਮਾ ਆਦਿ। ਤੇ ਜਦੋਂ ਤੱਕ ਉਹ ਸਾਨੂੰ ਨਹੀਂ ਮਿਲਦਾ, ਜਿਹੜੀ ਹੁਣ ਟੈਂਪਰੇਰੀ ਅੱਜ ਦੀ ਪ੍ਰੋਬਲਮ ਹੈ, ਉਹਦਾ ਹੱਲ ਸੀ ਕਿ ਪੰਜਾਬ ਦੇ ਚੀਫ ਮਿਨਿਸਟਰ ਨੇ ਸਾਡੇ ਪ੍ਰਾਈਮ ਮਿਨਿਸਟਰ ਨੂੰ ਇੱਕ ਚਿੱਠੀ ਲਿਖੀ ਸੀ, ਜਿਹ 'ਚ ਲਿਖਿਆ ਸੀ ਕਿ ਝੋਨੇ ਦੀ ਲਵਾਈ 'ਚ ਜਿਹੜੀ ਲੋਕਲ ਲੇਬਰ ਰੇਟ ਜ਼ਿਆਦਾ ਮੰਗਦੀ ਹੈ, MG ਨਰੇਗਾ ਥੱਲੇ ਉਹਨੂੰ ਰੁਜ਼ਗਾਰ ਖੇਤਾਂ 'ਚ ਝੋਨੇ ਦੀ ਲਵਾਈ ਦਾ ਦਿੱਤਾ ਜਾਵੇ, ਅਤੇ ਜਿਹੜਾ ਮਾਰਕੀਟ ਦਾ ਡਿਫਰੈਂਸ ਹੈ ਉਹ ਕਿਸਾਨ ਉਹਨਾਂ ਨੂੰ ਦੇਵੇ। ਉਹ ਇਹਨਾਂ ਦਾ ਅੱਜ ਦਾ ਟੈਂਪਰੇਰੀ ਹੱਲ ਬਣਦਾ ਸੀ, ਪਰ ਪੱਕਾ ਹੱਲ ਤਾਂ ਇਹ ਹੈਗਾ ਕਿ ਝੋਨੇ ਦੀ ਫਸਲ ਨਾ ਸਾਡੀ ਹੈਗੀ, ਨਾ ਸਾਡਾ ਕੁਝ ਛੱਡ ਰਹੀ ਹੈ, ਸਾਡਾ ਧਰਤੀ ਹੇਠਲਾ ਪਾਣੀ ਵੀ ਬਰਬਾਦ ਕਰ ਰਹੀ ਹੈ, ਸਾਡਾ ਵਾਤਾਵਰਨ ਵੀ ਬਰਬਾਦ ਕਰ ਰਹੀ ਹੈ। ਰੋਕਣਾ ਚਾਹੁੰਦਾ ਕਿ ਤੁਸੀਂ ਜਿਵੇਂ ਸਵਾਲ ਚੁੱਕੇ ਹੈ ਸਰਕਾਰ ਦੇ ਉੱਤੇ ਵੀ ਕਿ ਪ੍ਰਬੰਧ ਉਸ ਤਰ੍ਹਾਂ ਦਾ ਹੈ, ਫਸਲਾਂ ਦੀ ਵਿਭਿੰਨਤਾ ਨਹੀਂ ਹੈ, ਮੰਡੀਕਰਨ ਉਸ ਹਿਸਾਬ ਨਾਲ ਨਹੀਂ ਹੈ, ਕਿਸਾਨ ਮਜਬੂਰੀ ਦੇ ਵਿੱਚ ਹੈ ਜਿਹੜੀ ਉਹ ਫਸਲ ਹੈ ਕਣਕ ਜਾਂ ਝੋਨੇ ਦੀ ਹੀ ਬੀਜਦੇ ਨੇ, ਇਸ ਦੇ ਕਰਕੇ ਉਹ ਉਸ ਫਸਲੀ ਚੱਕਰ ਦੇ ਵਿੱਚ ਫਸੇ ਹੋਏ ਨੇ। ਇਸ ਦੇ ਬਹੁਤ ਸਾਰੇ ਕਾਰਨ ਨੇ, ਜਿਵੇਂ ਪਿਛਲੇ ਦਿਨਾਂ ਵਿੱਚ ਗੰਨੇ ਦੇ ਕਾਸ਼ਤਕਾਰ ਨੇ, ਉਹਨਾਂ ਨੂੰ ਪੂਰਾ ਮੁੱਲ ਨਹੀਂ ਮਿਲ ਰਿਹਾ ਫਸਲਾਂ ਦਾ। ਜਦੋਂ ਉਹਨਾਂ ਨੂੰ ਫਸਲਾਂ ਦਾ ਮੁੱਲ ਨਹੀਂ ਮਿਲੇਗਾ ਦੂਸਰੀਆਂ ਦਾ, ਤਾਂ ਉਹ ਆਪਣੇ ਆਪ ਹੀ ਇਸ ਪਾਸੇ ਆਉਣਗੇ। ਇਹ ਇੱਕ ਵੱਖਰਾ ਮਸਲਾ ਹੈ, ਪਰ ਅੱਜ ਦਾ ਜਿਹੜਾ ਮੁੱਦਾ ਹੈ ਸਾਡਾ ਕਿ ਝੋਨੇ ਦੀ ਲਵਾਈ ਨੂੰ ਲੈ ਕੇ ਜਿਹੜੀ ਲੇਬਰ ਦੀ ਘਾਟ ਹੈ ਉਸ ਦੇ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਤਕਰਾਰ ਹੈ, ਔਰ ਬਹੁਤ ਸਾਰੀਆਂ ਪੰਚਾਇਤਾਂ ਨੇ ਮਤੇ ਵੀ ਪਾਏ ਕਿ ਜਿਹੜੀ ਮਜ਼ਦੂਰੀ ਹੈ ਉਹ ਇੱਕ ਫਿਕਸ ਕਰ ਦਿੱਤੀ ਗਈ ਹੈ ਤੇ ਮਜ਼ਦੂਰ ਉਸ ਤੋਂ ਖੁਸ਼ ਨਹੀਂ। ਜਿਵੇਂ ਤੁਸੀਂ ਇੱਕ ਹੱਲ ਦੱਸਿਆ ਕਿ ਮਨਰੇਗਾ ਦੇ ਨਾਲ ਅਸੀਂ ਇਸ ਸਮੱਸਿਆ ਨੂੰ ਇੱਕ ਕੱਚੇ ਤੌਰ ਦੇ ਉੱਤੇ ਹੱਲ ਕਰ ਸਕਦੇ ਹਾਂ, ਤੇ ਮਨਰੇਗਾ ਦਾ ਪੈਸਾ ਪਹਿਲਾਂ ਵੀ ਕਿਸਾਨਾਂ ਤੱਕ, ਜਿਹੜਾ ਮਜ਼ਦੂਰਾਂ ਤੱਕ ਉਹ ਨਹੀਂ ਪਹੁੰਚਦਾ। ਤੁਹਾਨੂੰ ਹੁਣ ਲੱਗਦਾ ਹੈ ਕਿ ਇਹ ਪ੍ਰਣਾਲੀ ਹੈ ਸੈੱਟ ਕਰਕੇ ਸਾਰਾ ਕੁਝ ਹੱਲ ਕੀਤਾ ਜਾ ਸਕਦਾ ਹੈ ਇੰਨੀ ਜਲਦੀ ਦੇ ਵਿੱਚ, ਥੋੜ੍ਹੇ ਟਾਈਮ ਦੇ ਵਿੱਚ? ਦੇਖੋ, ਕੇਂਦਰ ਸਰਕਾਰ ਨੇ 20 ਲੱਖ ਕਰੋੜ ਰੁਪਏ ਦੇ ਪੈਕੇਜ ਦੇਣ ਦਾ ਦਾਅਵਾ ਕੀਤਾ ਹੈਗਾ, ਉਹ 'ਚ 40,000 ਕਰੋੜ ਰੁਪਈਆ MG ਨਰੇਗਾ ਲਈ ਹੋਰ ਕੀਤਾ ਹੈਗਾ। ਜਦੋਂ ਇਹ ਹੁਣ ਸਾਡੀ ਅਰਥ ਵਿਵਸਥਾ ਥੱਲੇ ਨੂੰ ਆ ਰਹੀ ਹੈ, ਸਰਕਾਰ ਦੇ ਜਾਂ ਸਰਕਾਰੀ ਅਦਾਰਿਆਂ ਦੇ ਆਪਦੇ ਅੰਦਾਜ਼ਿਆਂ ਮੁਤਾਬਕ ਇਹ ਸਾਡਾ ਗਰੋਥ ਰੇਟ 0 ਨਹੀਂ, ਨੈਗੇਟਿਵ ਹੋਊਗਾ। ਜੇ ਸਾਡੇ ਕੋਲ ਕੋਈ ਸਿਲਵਰ ਲਾਈਨਿੰਗ ਉਮੀਦ ਦੀ ਕਰਨ ਹੈਗੀ, ਸਿਰਫ ਐਗਰੀਕਲਚਰ ਸੈਕਟਰ ਹੈਗਾ। ਜੇ ਐਗਰੀਕਲਚਰ ਸਾਡਾ ਪੋਜ਼ਿਟਿਵ ਗਰੋਥ ਰੇਟ ਦਿੰਦਾ ਹੈ, ਤਾਂ ਉਹਦੇ ਲਈ ਸਰਕਾਰ ਨੂੰ MG ਨਰੇਗਾ ਥੱਲੇ ਜ਼ਿਆਦਾ ਪੈਸੇ ਦੇ ਕੇ ਪੰਜਾਬ ਨੂੰ ਸਪੈਸ਼ਲ ਕੇਸ ਦੇ ਤੌਰ 'ਤੇ ਪਰਮਿਸ਼ਨ ਦੇਣੀ ਚਾਹੀਦੀ ਹੈ ਕਿ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ MG ਨਰੇਗਾ ਦਾ ਜਿੰਨਾ ਬਣਦਾ ਪੈਸਾ ਉਹ ਝੋਨੇ ਦੀ ਲਵਾਈ ਦੇ ਦਿੱਤਾ ਜਾਵੇ, ਤਾਂ ਕਿ ਪ੍ਰੋਬਲਮ ਸੋਲਵ ਹੋ ਸਕੇ। ਸਰਬਜੀਤ ਸਿੰਘ ਜੀ, ਤੁਸੀਂ ਰਿਪੋਰਟਿੰਗ ਕੀਤੀ ਹੈ, ਕਿਸਾਨਾਂ ਦੇ ਵਿੱਚ ਰਹਿੰਦੇ ਹੋ, ਤੁਸੀਂ ਆਪਣਾ ਤਜਰਬਾ ਦੱਸੋ ਕਿ ਗਰਾਊਂਡ ਦੇ ਉੱਤੇ ਕੀ ਚੱਲ ਰਿਹਾ? ਗਰਾਊਂਡ ਦੇ ਉੱਤੇ ਇੱਦਾਂ ਕਿ ਜਿਹੜੇ ਆਪਣੇ ਪੰਜਾਬ ਦੇ ਕਿਸਾਨ ਹੈ ਉਹ ਪਹਿਲਾਂ ਹੀ ਉਹਨਾਂ ਨੂੰ ਝੋਨੇ ਦਾ ਮੁੱਲ ਨਹੀਂ ਮਿਲ ਰਿਹਾ, ਤੇ ਜਦੋਂ 6-7 ਹਜ਼ਾਰ ਰੁਪਇਆ 1 ਏਕੜ ਪਿੱਛੇ ਉਹਨਾਂ ਨੂੰ ਲਵਾਈ ਦੇਣੀ ਪੈ ਰਹੀ ਹੈ, ਤੇ ਉਹਨਾਂ ਲਈ ਬਹੁਤ ਮੁਸ਼ਕਿਲ ਦਾ ਮਤਲਬ ਸਮਾਂ ਹੈ ਇਹ, ਕਿਉਂਕਿ ਪਹਿਲਾਂ ਕਰੋਨਾ ਕਰਕੇ ਉਹਨਾਂ ਨੂੰ ਵਾਢੀ ਦਾ ਉਹ ਹੋਇਆ, ਬਾਅਦ ਦੇ ਵਿੱਚ ਝੋਨੇ ਦੀ ਲਵਾਈ ਦੀ ਸਮੱਸਿਆ ਸਾਹਮਣੇ ਆ ਗਈ। ਪਰ ਇਹਦਾ ਇੱਕੋ ਇੱਕ ਹੱਲ, ਜਿਵੇਂ ਡਾਕਟਰ ਗਿਆਨ ਸਿੰਘ ਜੀ ਨੇ ਕਿਹਾ ਹੈ ਕਿ ਮਨਰੇਗਾ ਜਿਹੜੀ ਹੈਗੀ ਹੈ, MG ਨਰੇਗਾ ਰਾਹੀਂ ਇਸ ਦਾ ਹੱਲ ਕੀਤਾ ਜਾ ਸਕਦਾ ਹੈ। ਮੇਰੀ ਜਿਹੜੇ ਨਰੇਗਾ ਦੇ ਮਜ਼ਦੂਰ ਹੈ ਉਹਨਾਂ ਨਾਲ ਗੱਲ ਹੋਈ, ਤੇ ਉਹ ਕਹਿੰਦੇ ਪਿਛਲੇ ਕਈ ਸਮੇਂ ਤੋਂ, ਕਈ ਮਹੀਨਿਆਂ ਤੋਂ ਸਾਨੂੰ ਰੁਜ਼ਗਾਰ ਨਹੀਂ ਮਿਲਿਆ, ਤੇ ਹੁਣ ਉਹਨਾਂ ਨੂੰ 263 ਰੁਪਏ ਮਿਲਦੇ ਹੈ ਇੱਕ ਮਜ਼ਦੂਰ ਨੂੰ। ਤੇ ਜੇ 263 ਰੁਪਏ ਉਹਨਾਂ ਨੂੰ ਮਨਰੇਗਾ ਵੱਲੋਂ ਮਿਲਦੇ ਹੈ, ਤੇ ਉਹਦੇ 'ਚ ਕੁਛ ਕੁ ਜਿਹੜੇ ਪੈਸੇ ਆ ਉਹ ਕਿਸਾਨ ਆਪਣੇ ਮਤਲਬ ਪੱਲਿਓਂ ਦੇਵੇ, ਤਾਂ 500 ਤੱਕ ਜੇ ਉਹਦੀ ਦਿਹਾੜੀ ਬਣਦੀ ਹੈ ਤਾਂ ਕਿਸਾਨ ਲਈ ਵੀ ਸੌਖਾ ਹੋ ਜਾਊਗਾ ਤੇ ਮਜ਼ਦੂਰ ਲਈ ਵੀ ਸੌਖਾ ਹੋ ਜਾਊਗਾ। ਪਰ ਹਜੇ ਤੱਕ ਇਸ ਦਾ ਕੋਈ ਹੱਲ ਨਹੀਂ ਕੀਤਾ ਗਿਆ। ਇਹਦਾ ਇੱਕੋ ਇੱਕ ਹੱਲ ਕੀਤਾ ਗਿਆ ਕਿ ਆਪਾਂ ਜੇ ਮਜ਼ਦੂਰਾਂ ਦੀ ਕਮੀ ਹੈ ਤਾਂ ਤੁਸੀਂ ਮਸ਼ੀਨੀਕਰਨ ਲੈ ਆਓ, ਸਿੱਧੀ ਬਿਜਾਈ ਲੈ ਆਓ। ਪਰ ਸਿੱਧੀ ਬਿਜਾਈ ਹਜੇ ਤੱਕ ਕਾਮਯਾਬ ਹੈ ਜਾਂ ਨਹੀਂ ਹੈ, ਉਹੀ ਕਿਸਾਨ ਦੱਸ ਸਕਦੇ ਹੈ ਜਿਨ੍ਹਾਂ ਦਾ ਕਾਫੀ ਸਮੇਂ ਦਾ ਤਜਰਬਾ ਹੈ। ਜਿਹੜੇ ਇਸ ਵਾਰੀ ਭਗਵੰਤ ਸਿੰਘ, ਉਹਨਾਂ ਤੋਂ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਨੇ ਦੱਸਿਆ ਕਿ ਪਹਿਲਾਂ ਬਹੁਤ ਸਮੱਸਿਆਵਾਂ ਆਈਆਂ ਔਰ ਹੁਣ ਉਹਨਾਂ ਨੇ ਫਿਰ ਸਿੱਧੀ ਬਿਜਾਈ ਕੀਤੀ ਹੈ। ਭਗਵੰਤ ਸਿੰਘ ਜੀ, ਤੁਸੀਂ ਜ਼ਰੂਰ ਗੱਲ ਸਾਂਝੀ ਕਰੋ ਕਿ ਜਿਹੜੀਆਂ ਮੁਸ਼ਕਲਾਂ ਆਈਆਂ ਉਹਨਾਂ ਨੂੰ ਹੱਲ ਕਰਕੇ ਜਦੋਂ ਤੁਸੀਂ ਹੁਣ ਕਿਵੇਂ ਯਕੀਨ ਕਰ ਲਿਆ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ? ਮਜਬੂਰੀ ਹੈ, ਤੁਸੀਂ ਸ਼ੌਕ ਨਾਲ ਕਰਦੇ ਹੋ? ਦੇਖੋ ਜੀ, ਮੇਰਾ ਤਾਂ ਇਹ ਹੈ ਵੀ ਸ਼ੁਰੂ ਤੋਂ ਹੀ ਕਿਸਾਨ ਕਲੱਬ ਦੇ ਜਦੋਂ ਵੀ ਕੋਈ ਨਵੀਂ ਰਿਕਮੈਂਡੇਸ਼ਨ ਯੂਨੀਵਰਸਿਟੀ ਦੀ ਉਹਨੂੰ ਅਪਣਾਈਦਾ ਹੈ। ਜਦੋਂ ਅਪਣਾਉਣੇ ਆ ਉਹਦੇ 'ਚ ਮੁਸ਼ਕਲਾਂ ਵੀ ਆਉਂਦੀਆਂ, ਕੋਈ ਵੀ ਕੰਮ ਆਪਾਂ ਪਹਿਲਾਂ ਕਰਦੇ ਹਾਂ ਉਹਦੇ 'ਚ ਮੁਸ਼ਕਲਾਂ, ਇਹ ਨਹੀਂ ਆਪਾਂ ਕਹਿ ਸਕਦੇ ਕੋਈ ਵੀ ਕੰਮ ਪਹਿਲੀ ਵਾਰ ਉਹਦੇ 'ਚ ਮੁਸ਼ਕਲ ਨਾ ਆਵੇ। ਮੁਸ਼ਕਲ ਆਉਂਦੀ ਹੈ ਤਾਂ ਸਮੇਂ ਤੋਂ ਸਮੇਂ ਉਹਦਾ ਸੁਧਾਰ ਹੁੰਦਾ ਹੈ। ਮਤਲਬ ਪੰਜਾਬੀ ਦੀ ਕਹਾਵਤ ਹੈ, ਜਿੱਦਣਾ ਦੇ ਨਾਲ ਮਤਲਬ ਮਤੀਰੇ ਨਹੀਂ ਪੱਕਦੇ, ਤੇ ਉਹ ਹੁਣ ਸਮਾਂ ਆ ਗਿਆ, ਪ੍ਰਮਾਤਮਾ ਦੀ ਮਿਹਰ ਕੀਤੀ ਹੈ ਵੀ ਉਹ ਫਸਲ ਪੱਕਣ ਦਾ ਸਮਾਂ ਆ ਗਿਆ। ਸਿੱਧੀ ਬਿਜਾਈ ਦਾ ਸਾਰੇ ਪੰਜਾਬ ਨੂੰ ਮਜ਼ਬੂਤੀ 'ਚ ਕਰਨੀ ਪਊਗੀ। ਇਹਦੇ 'ਚ ਵੀ ਕਿਸਾਨ ਸਾਡੇ ਭਰਾ, ਸਾਨੂੰ ਦੁੱਖ ਹੈ ਇਸ ਗੱਲ ਦਾ, ਕਈ ਫੇਲ ਹੋ ਗਏ, ਕਈ ਬੜੇ ਚਿਰ ਤੋਂ ਕਾਮਯਾਬ ਆ, ਹੋਰ ਵੀ ਜ਼ਿਆਦਾ ਕਾਮਯਾਬ ਹੋ ਜਾਣਗੇ। ਜਿਹੜੀ ਕੋਈ ਸਾਡੀਆਂ ਮੁਸ਼ਕਲਾਂ ਹੈਗੀਆਂ ਉਹ ਸਾਨੂੰ ਰਲ ਮਿਲ ਕੇ ਯੂਨੀਵਰਸਿਟੀ ਡਿਪਾਰਟਮੈਂਟ ਤੋਂ, ਤੁਹਾਡੇ ਵਰਗੇ ਮੀਡੀਆ ਦਾ ਸਾਨੂੰ ਸਹਿਯੋਗ ਨਾਲ ਕਾਮਯਾਬ ਹੋ ਜਾਣਾ।
ਸਾਨੂੰ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਜਿਹੜੀ ਇੰਡਸਟਰੀ ਆ ਮਤਲਬ ਅਸੀਂ ਮਜ਼ਦੂਰਾਂ ਤੈਅ ਕਰਨ ਨਾਲੋਂ ਜਿਹੜੀ ਇੰਡਸਟਰੀ ਸਾਨੂੰ ਮਸ਼ੀਨਰੀ ਸਪਲਾਈ ਕਰਦੀ ਆ ਉਹਦਾ ਰੇਟ ਸਾਨੂੰ ਜ਼ਰੂਰ ਕਰਨਾ ਚਾਹੀਦਾ। ਬਗੈਰ ਵਜ੍ਹਾ ਲੋਹਾ ਜਿਹੜਾ 50 ਰੁਪਏ ਕਿਲੋ ਵਾਲਾ ਉਹ ਸਾਨੂੰ 150-200 ਰੁਪਏ ਕਿਲੋ ਮਿਲਦਾ, ਉਹ ਸਭ ਤੋਂ ਵੱਡਾ ਕਿਸਾਨ ਹੈ। ਉਹ ਭਲਾ ਰੋਟਾਵੀਟਰ ਚ ਸੀਗੀ, ਭਲਾ ਉਹ ਝੋਨੇ ਦੀ ਬਜਾਏ ਸੀ, ਹੈਪੀ ਸੀਡਰ, ਫਲਾਨਾ ਸੀਡਰ, ਚੌਂਕਾ ਸੀਡਰ। ਜਦੋਂ ਵੀ ਕੋਈ ਯੂਨੀਵਰਸਿਟੀ ਉਹਦਾ ਪੇਪਰ ਤੈਅ ਕਰੇ, ਰੇਟ ਨਿਰਧਾਰਿਤ ਕਰੇ, ਗੌਰਮੈਂਟ ਕੰਟਰੋਲ ਰੇਟ ਉਹਦਾ ਲੋਹੇ ਦਾ ਹੋਣਾ ਚਾਹੀਦਾ, ਨਾ ਕਿ ਲੇਬਰ ਦਾ ਹੋਣਾ ਚਾਹੀਦਾ। ਇਹ ਮਸ਼ੀਨਰੀ ਦਾ ਯੁੱਗ ਆ ਰਿਹਾ। ਮਸ਼ੀਨਰੀ ਜਿਹੜੀ ਲੇਬਰ ਆ ਸਾਨੂੰ ਸਾਡੇ ਪੰਜਾਬ ਦੀ ਲੇਬਰ ਆ ਉਹ ਸਾਨੂੰ ਸਕਿਲਡ ਲੇਬਰ ਬਣਾਉਣਾ ਚਾਹੀਦਾ ਹੈ। ਮੇਰੀ ਯੂਨੀਵਰਸਿਟੀ ਰਿਕੁਐਸਟ ਹੈ ਪਿੰਡ ਤੇ ਜਾ ਕੇ ਅੱਜ ਸਾਡੇ ਪ੍ਰੋਪਰ ਪਿੰਡਾਂ ਦੇ ਵਿੱਚ ਟ੍ਰੇਨਡ ਡਰਾਈਵਰ ਕਹਿੰਦੇ ਅਸੀਂ ਟਰੈਕਟਰ ਟ੍ਰੇਨਡ ਆ ਹਰ ਪਿੰਡ ਦੇ ਵਿੱਚ ਜਿਹੜੇ ਪਿੰਡ ਯੂਨੀਵਰਸਿਟੀ ਲਿਖਦੇ ਆ, ਡਿਪਾਰਟਮੈਂਟ ਨੂੰ ਲਿਖਦੇ ਆ, ਡਰਾਈਵਰ ਹੀ ਹੋਣੇ ਸਾਡਾ ਅਸੀਂ ਤਿਆਰ ਕਰ ਲਈਏ ਤਾਂ ਅਸੀਂ ਬਹੁਤ ਸਾਡੀ ਜਿਹੜੀ ਲੇਬਰ ਆ ਉਹ ਸਕਿਲਡ ਹੋ ਜੇ। ਅਸੀਂ ਕੰਮ ਮਸ਼ੀਨਰੀ ਹੀ ਕਰਨਾ ਹੈ। ਇੱਕ ਜਿਹੜੇ ਉਹ ਨਰੇਗਾ ਦੀ ਗੱਲ ਤੁਸੀਂ ਦੱਸ ਰਹੇ ਹੋ ਕਿ ਆਪਣੇ ਤਜਰਬੇ ਵਿੱਚੋਂ ਕਿਵੇਂ ਲੰਘਦੇ ਹੋ ਔਰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਡਾਕਟਰ ਮੱਖਣ ਸਿੰਘ ਜੀ, ਤੁਸੀਂ ਭਗਵੰਤ ਸਿੰਘ ਕਿਸਾਨ ਦਾ ਜਵਾਬ ਜ਼ਰੂਰ ਦਿਓ ਕਿ ਉਹ ਕਹਿੰਦੇ ਅਸੀਂ ਸਰਕਾਰ ਵੱਲੋਂ ਜੋ ਵੀ ਸਿਫਾਰਿਸ਼ ਕੀਤੀ ਜਾਂਦੀ ਹੈ ਉਸ ਨੂੰ ਅਸੀਂ ਮੰਨਦੇ ਹਾਂ, ਉਸ ਦੇ ਉੱਤੇ ਯਕੀਨ ਕਰਦੇ ਹਾਂ, ਪਰ ਜਦੋਂ ਜ਼ਮੀਨੀ ਤੌਰ ਦੇ ਉੱਤੇ ਉਹ ਕੰਮ ਕਰਨ ਲੱਗਦੇ ਆ ਤਾਂ ਬਹੁਤ ਮੁਸ਼ਕਲਾਂ ਆਉਂਦੀਆਂ। ਜਿਹੜੀਆਂ ਮੁਸ਼ਕਲਾਂ ਉਹਨਾਂ ਨੇ ਗਿਣਾਈਆਂ ਉਹਨਾਂ ਦਾ ਹੱਲ ਕਿਵੇਂ ਕੀਤਾ ਜਾ ਸਕਦਾ? ਹਾਂਜੀ, ਜਿਸ ਤਰ੍ਹਾਂ ਨਾ ਜਿਹੜਾ ਸਰ ਜੀ ਉਹਨਾਂ ਨੇ ਪਹਿਲਾਂ ਵੀ ਦੱਸਿਆ ਵੀ ਦੋ ਮੁਸ਼ਕਲਾਂ ਚੱਲਦੀਆਂ ਸੀ। ਇੱਕ ਨਦੀਨਾਂ ਦੀ ਸਮੱਸਿਆ ਸੀਗੀ, ਇੱਕ ਸੀਗੀ ਲੋਹੇ ਦੀ ਘਾਟ ਆ ਜਾਂਦੀ ਸੀ ਜੀ। ਤੀਜਾ ਸੀਗਾ ਮਸ਼ੀਨਰੀ ਦੀ। ਜਿਹੜੀ ਮਸ਼ੀਨ ਆ ਉਹਦੇ ਲਈ ਅਸੀਂ ਇੱਕ ਯੂਨੀਵਰਸਿਟੀ ਨਵੀਂ ਸਿਫਾਰਿਸ਼ ਕਰਤੀ ਹੈ ਲੱਕੀ ਸੀਡਰ ਦੀ, ਉਹ ਬਜਾਈ ਦੇ ਨਾਲ ਹੀ ਸਪਰੇਅ ਕਰ ਦਿੰਦੀ ਆ ਜੀ। ਸੋ ਜਦੋਂ ਸਪਰੇਅ ਨਾਲ ਹੋ ਜਾਂਦੀ ਆ ਨਦੀਨਾਂ ਦੀ ਸਮੱਸਿਆ ਕਾਫੀ ਘੱਟ ਜਾਂਦੀ ਆ। ਦੂਜਾ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਵੀ ਜਿਹੜਾ ਅਸੀਂ ਨਵਾਂ ਤਰੀਕਾ ਇਸ ਸਾਲ ਦਿੱਤਾ, ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਵੀ ਅਸੀਂ ਜਿਵੇਂ ਕਣਕ ਨੂੰ ਕਹਿੰਦੇ ਆ ਪਹਿਲਾ ਪਾਣੀ 21 ਦਿਨਾਂ ਬਾਅਦ ਲਾਉਣਾ ਚਾਹੀਦਾ, ਹੁਣ ਅਸੀਂ ਝੋਨੇ ਨੂੰ ਵੀ 21 ਦਿਨਾਂ ਬਾਅਦ ਪਾਣੀ ਲਾਉਣੇ ਆ ਵੀ ਪਹਿਲਾਂ ਨਹੀਂ ਪਾਣੀ ਦੇਣਾ। ਉਹਦੇ ਨਾਲ ਜਿਹੜੀ ਕੱਖਾਂ ਦੀ ਸਮੱਸਿਆ ਸਾਡੀ ਨਾਲ ਲਗਭਗ ਪੂਰੀ ਹੱਲ ਹੋ ਜਾਂਦੀ ਆ। ਲੋਹੇ ਦੀ ਘਾਟ ਨਹੀਂ ਆਉਂਦੀ ਕਿਉਂਕਿ ਬੂਟਾ ਜੜ੍ਹਾਂ ਡੂੰਘੀਆਂ ਲੱਗ ਜਾਂਦਾ। ਸੋ ਦੋ ਵੱਡੀਆਂ ਸਮੱਸਿਆਵਾਂ ਅਸੀਂ ਸਰਕਾਰ ਵੀ ਦੱਸ ਰਹੇ ਆ, ਕੱਖਾਂ ਦੇ ਨਾਲ ਇੱਕ ਲੋਹੇ ਦੀ ਘਾਟ ਵੀ ਸੀ। ਉਹ ਇੱਕ ਤਾਂ ਇਹ ਦੋ ਸਮੱਸਿਆਵਾਂ ਸਾਡੀਆਂ ਹੱਲ ਹੋ ਗਈਆਂ। ਦੂਜਾ ਸਾਡੇ ਕੋਲ ਹੁਣ ਜੇ ਬਾਅਦ 'ਚ ਕੋਈ ਸਮੱਸਿਆ ਹੁੰਦੀ ਹੈ ਤਾਂ ਸਾਡੇ ਕੋਲ ਨਵੇਂ ਕੈਮੀਕਲ ਵੀ ਆ ਗਏ, ਪਰ ਸਾਨੂੰ ਲੋੜ ਇਹਦੇ 'ਚ ਘੱਟ। ਤੀਜਾ ਇਹ ਆ ਕਿ ਜਿਹੜੀ ਪਹਿਲਾਂ ਵਾਲੀ ਵਿਧੀ ਸੀ ਉਹਦੇ ਨਾਲੋਂ ਪਾਣੀ ਇਹ 'ਚ ਘੱਟ ਲੱਗਦੇ ਆ, ਪਾਣੀ ਦੀ ਬਚਤ ਵੀ ਬਹੁਤ ਜ਼ਿਆਦਾ ਹੁੰਦੀ ਹੈ। ਫਾਇਦੇ ਹੋ ਰਿਹਾ ਪਾਣੀ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਸੀ ਪੰਜਾਬ ਦੇ ਵਿੱਚ, ਉਸ ਦੀ ਬਚਤ ਵੀ ਹੋਏਗੀ। ਔਰ ਕਿਸਾਨਾਂ ਦਾ ਸਵਾਲ ਰਹਿੰਦਾ ਹਮੇਸ਼ਾ ਕਿ ਨਹਿਰੀ ਪਾਣੀ ਉਹਨਾਂ ਨੂੰ ਨਹੀਂ ਮਿਲਦਾ, ਖੇਤਾਂ ਤੱਕ ਪੁੱਜਦਾ ਹੀ ਨਹੀਂ, ਜਿਹਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਰਹਿੰਦੀ ਹੈ। ਤਾਂ ਉਸ ਦੇ ਹੱਲ ਲਈ ਕੀ ਕੀਤਾ ਜਾ ਸਕਦਾ? ਨਹਿਰੀ ਪਾਣੀ ਦਾ ਜੀ ਮੇਰੇ ਖਿਆਲ ਕਾਫੀ ਉਹ ਤਾਂ ਜਿਹੜੀ ਗੌਰਮੈਂਟ ਦੀ ਪਾਲਿਸੀ ਹੈ ਜੀ, ਹਰ ਕਿਹੜੇ ਹਿਸਾਬ ਨਾਲ ਉਹਨਾਂ ਨੇ ਜਿਹੜੀ ਕਿ ਛੱਡਣਾ ਜੀ ਇਸ ਪਰ। ਸੰਦੀਪ ਜੀ ਕੁਐਸਚਨ ਹੈ ਤੁਸੀਂ ਗਿਣਾਈ ਹੈ ਕਿ ਉਹ ਹੱਲ ਐ ਹੋ ਸਕਦੀ ਹੈ ਮਨਰੇਗਾ ਦੇ ਨਾਲ, ਔਰ ਖਾਸ ਤੌਰ ਦੇ ਉੱਤੇ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਜੋ ਆਪਸ ਵਿੱਚ ਤਕਰਾਰ ਹੈ ਉਸ ਨੂੰ ਹੱਲ ਕਰਨ ਦਾ ਠੋਸ ਤਰੀਕਾ ਕੀ ਹੈ? ਤੇ ਸੰਦੀਪ ਜੀ, ਮੈਨੂੰ ਇਹ ਲੱਗਦਾ ਕਿ ਪਹਿਲੀ ਗੱਲ ਤਾਂ ਮੈਨੂੰ ਡਾਕਟਰ ਮੱਖਣ ਸਿੰਘ ਉਹਨਾਂ ਦੀ ਆਵਾਜ਼ ਘੱਟ ਸੁਣਾਈ ਦਿੰਦੀ ਸੀ, ਹੈ ਨਾ ਜੀ। ਪਰ ਜਿੰਨਾ ਮੈਂ ਸਮਝਦਾ ਇਹਨੂੰ ਗੱਲ ਨੂੰ, ਖੇਤੀਬਾੜੀ ਤਿੰਨ ਤਰ੍ਹਾਂ ਨਾਲ ਹੁੰਦੀ ਹੈ। ਕਿਸਾਨ ਨੇ, ਖੇਤ ਮਜ਼ਦੂਰ ਹੈ, ਪਿੰਡੂ ਛੋਟੇ ਕਾਰੀਗਰ ਨੇ। ਜੇ ਅਸੀਂ ਮਸ਼ੀਨੀਕਰਨ ਜਿਹੜੇ ਹਿਸਾਬ ਨਾਲ ਪਹਿਲਾਂ ਅਸੀਂ 60ਵਿਆਂ ਜੋ ਸ਼ੁਰੂ ਕਰਕੇ ਹੁਣ ਤੱਕ ਕੀਤਾ, ਉਹਨੇ ਸਾਡਾ ਇਹ ਭਾਈਚਾਰਾ ਤੋੜਿਆ। ਇਹ ਮਜ਼ਦੂਰਾਂ ਰੁਜ਼ਗਾਰ ਘਟਾਇਆ, ਛੋਟੇ ਪਿੰਡੂ ਕਾਰੀਗਰ ਦਾ ਰੁਜ਼ਗਾਰ ਘਟਾਇਆ, ਇੱਥੋਂ ਤੱਕ ਕਿ ਕਿਸਾਨਾਂ ਦਾ ਰੁਜ਼ਗਾਰ ਵੀ ਘਟਾਇਆ। ਤੇ ਇਹ ਰੁਜ਼ਗਾਰ ਘਟਾਉਂਦੇ ਹੋਏ ਖੇਤੀਬਾੜੀ ਨੂੰ ਘਾਟੇ ਵਾਲਾ ਧੰਦਾ ਵੀ ਬਣਾਇਆ, ਜਿਹਦੇ ਕਰਕੇ ਬਹੁਤੇ ਕਿਸਾਨਾਂ ਦੀ ਜ਼ਮੀਨ ਵਿਕੀ ਹੈ ਤੇ ਉਹ ਬੇਜ਼ਮੀਨੇ ਹੋ ਕੇ ਦਰ ਠੋਕਰਾਂ ਖਾਂਦੇ ਤੇ ਖੁਦਕਸ਼ੀਆਂ ਵੱਲ ਵੀ ਆਏ ਨੇ। ਜਿਹੜੀ ਮਸ਼ੀਨਰੀ ਹੈ ਉਹਦੀ ਪ੍ਰੋਬਲਮ ਹੈ ਕਿ ਮਸ਼ੀਨਰੀ ਜਿਹੜਾ ਆਮ ਕਿਸਾਨ ਹੈ, ਛੋਟਾ ਕਿਸਾਨ ਹੈ, ਕਿੱਥੋਂ ਲਊਗਾ। ਦੂਜੀ ਗੱਲ, ਜਿਹੜੇ ਹਰਬੀਸਾਈਡ ਦੀ ਗੱਲ ਕਰਦੇ ਨੇ, ਹਰਬੀਸਾਈਡ MNC ਮਲਟੀਨੈਸ਼ਨਲ ਕਾਰਪੋਰੇਸ਼ਨ ਸਪਲਾਈ ਕਰਦੀਆਂ ਨੇ, ਤੇ ਜਿਹੜਾ ਸੀਡ ਹੈ ਇਹ ਡਾਕਟਰ ਮੱਖਣ ਸਿੰਘ ਹੋਣੀ ਦੱਸਣਗੇ ਕਿ PAU ਦੇ ਰਹੀ ਹੈ ਕਿ ਉਹ ਵੀ MNC ਦਾ ਹੈਗਾ। ਜਿਹੜਾ ਦੁਨੀਆ ਦਾ ਤਜਰਬਾ ਹੈ, ਜਦੋਂ ਮਸ਼ੀਨਾਂ ਆਉਂਦੀਆਂ ਨੇ, ਇਹੋ ਜਿਹੀਆਂ ਖੋਜਾਂ ਆਉਂਦੀਆਂ, ਇਹਦਾ ਫਾਇਦਾ ਕੁੱਲ ਮਿਲਾ ਕੇ MNCs ਨੂੰ ਹੁੰਦਾ ਹੈ। ਇਹਦੇ ਨਾਲ ਪੰਜਾਬ 'ਚੋਂ ਜਿਹੜਾ ਸਾਡਾ ਭਾਈਚਾਰਾ ਬਣਿਆ ਹੈ ਖੇਤ ਮਜ਼ਦੂਰਾਂ ਦਾ, ਛੋਟੇ ਪਿੰਡੂ ਕਾਰੀਗਰ ਦਾ ਤੇ ਕਿਸਾਨਾਂ ਦਾ, ਉਹ ਟੁੱਟੂਗਾ। ਅਤੇ ਜਿਹੜੇ ਇਹਦੇ 'ਚੋਂ ਬੇਰੁਜ਼ਗਾਰ ਹੋਣਗੇ ਉਹਨਾਂ ਨੂੰ ਅਸੀਂ ਲੈ ਕੇ ਕਿੱਥੇ ਜਾਵਾਂਗੇ? ਕਰੋਨਾ ਦੀ ਮਹਾਮਾਰੀ ਨੇ ਸਿੱਧ ਕਰਤਾ ਸ਼ਹਿਰ ਸਾਨੂੰ ਰੁਜ਼ਗਾਰ ਦੇਣ ਦੇ ਕਾਬਲ ਨਹੀਂ ਹੈਗੇ।
ਰੁਜ਼ਗਾਰ ਸਿਰਫ ਤੇ ਸਿਰਫ ਜਿਹੜਾ ਅੱਜ ਦੀ ਘੜੀ ਹੈ ਇੰਡੀਅਨ ਅਰਥ ਵਿਵਸਥਾ 'ਚ ਉਹ ਖੇਤੀਬਾੜੀ ਖੇਤਰ ਨੇ ਜਾਂ ਪੇਂਡੂ ਖੇਤਰ ਨੇ ਦੇਣਾ ਹੈਗਾ। ਇਸ ਲਈ ਸਾਨੂੰ ਜਿਹੜਾ ਹੈਗਾ ਖੇਤੀਬਾੜੀ ਉਹ ਕਰਨੀ ਚਾਹੀਦੀ ਹੈ ਜਿਹਦੇ ਨਾਲ ਸਾਰੇ ਨਿਰਭਰ ਪਿੰਡਾਂ ਦੇ ਲੋਕ ਇਹਦੇ ਤੇ ਆਪਦਾ ਗੁਜ਼ਾਰਾ ਕਰ ਸਕਣ, ਨਾ ਕਿ ਉਹਨਾਂ ਨੂੰ ਦਰਕਾਰਿਆ ਜਾਵੇ, ਉਜਾੜਿਆ ਜਾਵੇ। ਇਸ ਲਈ ਜਿਹੜੀ ਇੱਕ ਪੰਜਾਬ ਦੇ ਦਲਿਤ ਮਜ਼ਦੂਰਾਂ ਨੇ ਪੰਚਾਇਤੀ ਜ਼ਮੀਨਾਂ ਤੇ ਸਹਿਕਾਰੀ ਖੇਤੀ ਕਰਕੇ ਸਾਨੂੰ ਰਾਹ ਦੱਸਿਆ ਹੈਗਾ, ਇੱਕ ਰਾਹ ਤਾਂ ਉਹ ਵੀ ਹੈਗਾ ਕਿ ਅਸੀਂ ਸਹਿਕਾਰੀ ਖੇਤੀ ਵੱਲ ਆਈਏ ਤੇ ਰਲ ਮਿਲ ਕੇ ਰਹੀਏ ਤੇ ਥੋੜਾ ਇਹਨਾਂ ਸਮੱਸਿਆਵਾਂ ਤੋਂ ਪਿੱਛੇ ਹਟੀਏ। ਵੱਡੀ ਜਿਹੜੀ ਰਿਲੀਫ ਹੈ ਉਹ ਤਾਂ ਕੇਂਦਰ ਸਰਕਾਰ ਦੀਆਂ ਖੇਤੀਬਾੜੀ ਨੀਤੀਆਂ ਤੋਂ ਮਿਲਣੀ ਹੈ ਤੇ ਨਾਲ ਸੂਬਾ ਸਰਕਾਰ ਨੂੰ ਵੀ ਉਧਰ ਨੂੰ ਆਉਣਾ ਪੈਣਾ ਹੈ ਤਾਂ ਕਿ ਆਪਸੀ ਭਾਈਚਾਰਾ ਬਣਿਆ ਰਹੇ, ਆਰਥਿਕ, ਸਮਾਜਿਕ, ਸੱਭਿਆਚਾਰਕ ਤੇ ਰਾਜਸੀ ਵਿਗਾੜ ਨਾ ਆਉਣ। ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕਦਾ ਹੈ। ਔਰ ਸਭ ਤੋਂ ਵੱਡਾ ਤਾਂ ਇਸ ਦੇ ਵਿੱਚ ਸਵਾਲ ਇਹੀ ਉੱਠਦਾ ਹੈ ਕਿ ਖੇਤੀਬਾੜੀ ਮਹਿਕਮੇ ਦੀ ਗੱਲ ਕਰੀਏ ਜਾਂ ਖੇਤੀਬਾੜੀ ਕਿੱਤੇ ਦੀ ਗੱਲ ਕਰੀਏ, ਸਭ ਤੋਂ ਵੱਧ ਜਿਹੜਾ ਪੀੜਤ ਹੈ ਖੇਤ ਮਜ਼ਦੂਰ ਤੇ ਕਿਸਾਨ ਨੇ। ਕਿਸਾਨ ਪਹਿਲਾਂ ਹੀ ਕਰਜ਼ੇ ਦੇ ਬੋਝ ਥੱਲੇ ਦੱਬਿਆ ਹੋਇਆ, ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਨੇ, ਪਰ ਖੇਤ ਮਜ਼ਦੂਰ ਦੀ ਵੀ ਇੱਕ ਆਪਣੀ ਸਮੱਸਿਆ, ਹੋਰ ਕੋਈ ਰੁਜ਼ਗਾਰ ਦਾ ਸਾਧਨ ਨਹੀਂ ਹੈ। ਇਸ ਕਰਕੇ ਉਹਨਾਂ ਨੇ ਵੀ ਜਿਹੜੀ ਝੋਨੇ ਦੀ ਲਵਾਈ ਦਾ ਰੇਟ ਹੈ ਜਿਹੜਾ ਉਹ ਵੱਧ ਮੰਗਣ ਦੀ ਕੋਸ਼ਿਸ਼ ਕੀਤੀ। ਜਿਸ ਤਰ੍ਹਾਂ ਬਾਜ਼ਾਰ ਦੇ ਵਿੱਚ ਮੰਗ ਜਦੋਂ ਵੱਧ ਜਾਂਦੀ ਹੈ ਤਾਂ ਉਦੋਂ ਫਿਰ ਰੇਟ ਵਧਣਾ ਵੀ ਸੁਭਾਵਿਕ ਗੱਲ ਹੈ। ਸਰਬਜੀਤ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮੁੱਦੇ ਦੇ ਉੱਤੇ ਜੋ ਹੁਣ ਤੱਕ ਚਰਚਾ ਆਪਾਂ ਕੀਤੀ ਹੈ ਕਿ ਇਸ ਨੂੰ ਹੱਲ ਕਿਵੇਂ ਕੀਤਾ ਜਾ ਸਕਦਾ? ਦਰਅਸਲ ਗੱਲ ਇੱਦਾਂ ਕਿ ਹਮੇਸ਼ਾ ਹੀ ਕਿਸਾਨਾਂ ਬਾਰੇ ਤਾਂ ਸੋਚਿਆ ਜਾਂਦਾ ਤੇ ਸੋਚਿਆ ਜਾਣਾ ਵੀ ਚਾਹੀਦਾ ਤੇ ਉਹਦੇ ਨਾਲ ਨਾਲ ਖੇਤ ਮਜ਼ਦੂਰਾਂ ਬਾਰੇ ਵੀ ਸੋਚਿਆ ਜਾਣਾ ਚਾਹੀਦਾ। ਹੁਣ ਹਰੇ ਇਨਕਲਾਬ ਤੋਂ ਬਾਅਦ ਲਗਾਤਾਰ ਜਿਹੜੇ ਪੰਜਾਬ ਦੇ ਘਰੇਲੂ ਖੇਤੀ ਮਜ਼ਦੂਰ ਸੀ ਉਹਨਾਂ ਨੂੰ ਇਹ ਸੀਗੀ ਕਿ ਹੁਣ ਕਿਸਾਨਾਂ ਦੀ ਜਿੱਥੇ ਆਮਦਨ ਵਧੂਗੀ ਨਾਲ ਨਾਲ ਉਹਨਾਂ ਦੀ ਆਮਦਨ ਵੀ ਵਧੂਗੀ, ਪਰ ਹੌਲੀ ਹੌਲੀ ਮਸ਼ੀਨੀਕਰਨ ਹੋ ਗਿਆ ਤੇ ਜਿਹੜੇ ਬਾਹਰਲੇ ਸੂਬਿਆਂ ਦੇ ਮਜ਼ਦੂਰ ਸੀ ਉਹ ਇੱਧਰ ਆ ਗਏ, ਉਹਨਾਂ ਦੀ ਜਿਹੜੀ ਮੰਗ ਆ ਉਹ ਘਟ ਗਈ ਤੇ ਉਹਨਾਂ ਦੀ ਜਿਹੜੀ ਮਜ਼ਦੂਰੀ ਹੈ ਨਾਲ ਦੀ ਨਾਲ ਉਹ ਵੀ ਘਟ ਗਈ। ਹੌਲੀ ਹੌਲੀ ਆਪਾਂ ਛੋਟੀ ਜੀ ਗੱਲ ਦੇਖ ਲਈਏ ਕਿ ਹੁਣ ਇਹ ਕਰੋਨਾ ਦੀ ਮਹਾਮਾਰੀ ਕਰਕੇ ਜਿਹੜੇ ਪ੍ਰਵਾਸੀ ਮਜ਼ਦੂਰ ਸੀ ਉਹ ਵਾਪਸ ਆਪਣੇ ਪਿੰਡਾਂ ਨੂੰ ਚਲੇ ਗਏ ਤੇ ਜਿਹੜੇ ਇੱਧਰਲੇ ਘਰੇਲੂ ਪੰਜਾਬ ਦੇ ਖੇਤੀ ਮਜ਼ਦੂਰ ਸੀ ਉਹਨਾਂ ਦਾ ਸਮਾਂ ਆਇਆ ਸੀ ਕਿ ਉਹ ਆਪਣੀ ਬਣਦੀ ਮਜ਼ਦੂਰੀ ਲੈ ਸਕਣ, ਪਰ ਉਹ ਹੁਣ ਜਦੋਂ ਆਪਣੀ ਬਣਦੀ ਮਜ਼ਦੂਰੀ ਲੈਣ ਦੇ ਕਾਬਲ ਹੋਏ ਸੀ, ਉਹਨਾਂ ਕੋਲ ਸਮਾਂ ਆਇਆ ਸੀ, ਪਰ ਉਹ ਥਾਂ ਹੁਣ ਮਸ਼ੀਨਾਂ ਨੇ ਲੈ ਲਈ, ਦੁਬਾਰਾ ਫਿਰ ਸਿੱਧੀ ਬਿਜਾਈ ਨੂੰ ਤਰਜੀਹ ਦਿੱਤੀ ਜਾਣ ਲੱਗੀ। ਹਾਲਾਂਕਿ ਹਜੇ ਤੱਕ ਯੂਨੀਵਰਸਿਟੀ ਵੀ ਇਹ ਗੱਲ ਕਹਿੰਦੀ ਹੈ ਕਿ ਸਿੱਧੀ ਬਿਜਾਈ ਜਿਹੜੀ ਹੈਗੀ ਹੈ ਕਿਸਾਨਾਂ ਨੂੰ ਤਜਰਬਾ ਕਰ ਲੈਣਾ ਚਾਹੀਦਾ ਹੈ। ਮਤਲਬ ਜੇ ਕਿਸਾਨ ਕੋਲੇ 10 ਕਿੱਲੇ ਹੈ ਤਾਂ ਉਹਨੂੰ ਪੂਰੇ ਦੇ ਪੂਰੇ ਸਿੱਧੀ ਬਿਜਾਈ ਨਾਲ ਨਹੀਂ ਬੀਜਣੇ ਚਾਹੀਦੇ, ਕਿਉਂਕਿ ਨਵਾਂ ਤਜਰਬਾ ਤਾਂ ਕੁਝ ਵੀ ਹੋ ਸਕਦਾ। ਹਜੇ ਤੱਕ ਇਹਦਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਕਾਮਯਾਬ ਹੈ ਜਾਂ ਨਹੀਂ ਹੈ। ਜਿਹੜੇ ਕਿਸਾਨ ਲੰਬੇ ਸਮੇਂ ਤੋਂ ਲਗਾ ਰਹੇ ਉਹਨਾਂ ਨੂੰ ਕਾਮਯਾਬ ਹੈਗੀ ਆ, ਪਰ ਹੁਣ ਮਜ਼ਦੂਰਾਂ ਦੀ ਜਦੋਂ ਵਾਰੀ ਆਈ ਹੈ ਤੇ ਹੁਣ ਉਹਨਾਂ ਦੇ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਉਹਨਾਂ ਨੇ ਵੀ ਬੜਾ ਅਣਮਨੁੱਖੀ ਆਪਣਾ ਰਵੱਈਆ ਦਿਖਾਇਆ ਕਿ ਉਹਨਾਂ ਦਾ ਤੈਅ ਕਰਤਾ ਕਿ ਅਸੀਂ 3000 ਹੀ ਦੇਵਾਂਗੇ ਜਾਂ 3300 ਹੀ ਦੇਵਾਂਗੇ ਜੇ ਤੁਸੀਂ ਬਾਹਰਲੇ ਪਿੰਡ। ਕਰਜ਼ੇ ਵਿੱਚ ਹੈ, ਇੰਨੀ ਝੋਨੇ ਦੀ ਲਵਾਈ ਕਿਵੇਂ ਭਰੀਏ? ਹਾਂ, ਇਹ ਗੱਲ ਬਿਲਕੁਲ ਸਹੀ ਹੈ। ਕਿਸਾਨ ਪਹਿਲਾਂ ਹੀ ਕਰਜ਼ੇ ਵਿੱਚ ਹੈ। ਮੈਂ ਕਿਸਾਨਾਂ ਦੀ ਇਹੀ ਗੱਲ ਕਰਦਾ ਕਿ ਦੋਨਾਂ ਬਾਰੇ ਹੀ ਸੋਚਣਾ ਚਾਹੀਦਾ ਹੈ। ਜੇ ਕਿਸਾਨ ਹੁਣ ਆਪਣੀ ਮਹਿੰਗੀ ਲਵਾਈ ਨਹੀਂ ਦੇ ਸਕਦਾ, ਬਿਲਕੁਲ ਵੀ ਕਿਸਾਨ ਮਹਿੰਗੀ ਲਵਾਈ ਨਹੀਂ ਦੇ ਸਕਦਾ, ਤਾਂ ਕਿਸਾਨ ਦੇ ਨਾਲ ਨਾਲ ਜਿੱਦਾਂ ਮਨਰੇਗਾ ਦੇ ਥਰੂ ਜਾਂ ਝੋਨੇ ਦਾ ਸਹੀ ਮੁੱਲ ਦੇ ਕੇ ਕਿਸਾਨ ਨੂੰ ਇੰਨਾ ਕਾਬਲ ਬਣਾਇਆ ਜਾ ਸਕੇ ਵੀ ਕਿਸਾਨ ਮਜ਼ਦੂਰਾਂ ਨੂੰ ਉਹਨਾਂ ਦੀ ਬਣਦੀ ਮਜ਼ਦੂਰੀ ਦੇਵੇ। ਝੋਨੇ ਦਾ ਮੁੱਲ ਹੀ ਇੰਨਾ ਘੱਟ ਹੈ ਕਿ ਉਹ ਆਪਣੀ ਮਜ਼ਦੂਰੀ ਨਹੀਂ ਦੇ ਸਕਦੇ ਕਿਸਾਨਾਂ ਨੂੰ। ਜੇਕਰ ਝੋਨੇ ਦਾ ਮੁੱਲ ਬਰਾਬਰ ਦਿੱਤਾ ਜਾਵੇ, ਚੰਗਾ ਮੁੱਲ ਦਿੱਤਾ ਜਾਵੇ, ਖਾਸ ਕਰਕੇ ਕਰੋਨਾ ਮਹਾਮਾਰੀ ਕਰਕੇ ਇਸ ਵਾਰ ਹੀ ਦਿੱਤਾ ਜਾਂਦਾ ਤਾਂ ਜੋ ਕਿਸਾਨ ਮਜ਼ਦੂਰਾਂ ਨੂੰ ਸਹੀ ਮੁੱਲ ਦੇ ਸਕੇ। ਕਿਸਾਨ ਮੁੱਲ ਦੇਣਾ ਚਾਹੁੰਦਾ ਮਜ਼ਦੂਰੀ ਦਾ, ਪਰ ਕੀ ਕਰੇ, ਉਹਨਾਂ ਦੀ ਆਪਣੀ ਆਮਦਨੀ ਕਿਸਾਨਾਂ ਦੀ ਇੰਨੀ ਹੈ ਨਹੀਂ। ਕਿਸਾਨ ਆਪ ਹੀ ਮਰਿਆ। ਕਿਸਾਨ ਵਿਚਾਰਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਮਾਰਿਆ ਜਾ ਰਿਹਾ, ਕਿਤੇ ਕਰਜ਼ੇ ਕਰਕੇ ਹੋ ਗਿਆ, ਜਾਂ ਹੁਣ ਵੀ ਜਿਹੜਾ ਇਹਨਾਂ ਨੇ ਕਿਹਾ ਵੱਧ ਤੋਂ ਵੱਧ ਕਰਜ਼ਾ ਦਿਓ, ਸਰਕਾਰਾਂ ਨੇ ਕਿਹਾ, ਤਾਂ ਕਰਜ਼ੇ ਤਾਂ ਕਿਸਾਨਾਂ ਕੋਲੇ ਪਹਿਲਾਂ ਹੀ ਬਹੁਤ ਹੈ ਤੇ ਉਹ ਮਜ਼ਦੂਰਾਂ ਨੂੰ ਕੀ ਦੇਊਗਾ। ਤਾਂ ਕਰਕੇ ਸਰਕਾਰਾਂ ਨੂੰ ਚਾਹੀਦਾ ਕਿ ਖੇਤੀ ਮਜ਼ਦੂਰਾਂ ਨੂੰ ਨਾਲ ਲੈ ਕੇ ਚੱਲੇ ਕਿਸਾਨਾਂ ਦੇ ਤੇ ਦੋਨਾਂ ਨੂੰ ਕਾਮਯਾਬ ਕਰੇ। ਅਸੀਂ ਇਸ ਚਰਚਾ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸਾਨਾਂ ਤੇ ਮਜ਼ਦੂਰਾਂ ਦੀ ਜੋ ਵੀ ਸਮੱਸਿਆ ਹੈ ਉਸ ਨੂੰ ਹੱਲ ਕਿਵੇਂ ਕੀਤਾ ਜਾ ਸਕਦਾ ਹੈ। ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਸਭ ਤੋਂ ਵੱਡੀ ਸਮੱਸਿਆ ਹੁਣ ਇਸ ਵੇਲੇ ਜਿਹੜੀ ਬਣੀ ਹੋਈ ਹੈ ਝੋਨੇ ਦੀ ਲਵਾਈ ਦੀ ਹੈ, ਔਰ ਇਸ ਨੂੰ ਹੱਲ ਕਰਨ ਦੇ ਲਈ ਜੋ ਤਰੀਕੇ ਅਪਣਾਏ ਜਾ ਸਕਦੇ ਨੇ, ਖਾਸ ਕਰਕੇ ਨਰੇਗਾ ਮਜ਼ਦੂਰ ਕਾਫੀ ਦਿਨਾਂ ਤੋਂ ਕਰੋਨਾ ਮਹਾਮਾਰੀ ਦੇ ਕਰਕੇ ਵੀ ਛੁੱਟੀ ਤੇ ਨੇ। ਛੁੱਟੀ ਤੇ ਕਹਿ ਲਈਏ ਇਸ ਕਰਕੇ ਕਿਉਂਕਿ ਸਰਕਾਰ ਵੱਲੋਂ ਕੰਮ ਹੀ ਨਹੀਂ ਦਿੱਤਾ ਗਿਆ। ਹੁਣ ਇੱਕ ਸਹੀ ਮੌਕਾ ਹੈ, ਇਸ ਨੂੰ ਵਰਤਿਆ ਜਾਣਾ ਚਾਹੀਦਾ। ਮਨਰੇਗਾ ਮਜ਼ਦੂਰਾਂ ਨੂੰ ਖੇਤਾਂ ਦੇ ਵਿੱਚ ਕੰਮ ਦਿਵਾਉਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਵੀ ਰੁਜ਼ਗਾਰ ਮਿਲ ਸਕੇ ਔਰ ਜਿਹੜੀ ਕਿਸਾਨਾਂ ਦੀਆਂ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਨੂੰ ਵੀ ਹੱਲ ਕੀਤਾ ਜਾ ਸਕੇ।
ਇੱਥੇ ਕਿਸਾਨਾਂ ਨੂੰ ਗੁਜ਼ਾਰਿਸ਼ ਹੈ, ਦਰਸ਼ਕਾਂ ਨੂੰ ਗੁਜ਼ਾਰਿਸ਼ ਹੈ ਕਿ ਜੇ ਉਹਨਾਂ ਦਾ ਕਿਸੇ ਤਰ੍ਹਾਂ ਦਾ ਸਵਾਲ ਹੈ ਤਾਂ ਸਾਡੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਡਾਕਟਰ ਮੱਖਣ ਸਿੰਘ ਭੁੱਲਰ ਜੁੜੇ ਹੋਏ ਨੇ। ਉਹਨਾਂ ਨੂੰ ਤੁਸੀਂ ਸਵਾਲ ਵੀ ਕਰ ਸਕਦੇ ਹੋ, ਅਸੀਂ ਤੁਹਾਡਾ ਸਵਾਲ ਉਹਨਾਂ ਤੱਕ ਪਹੁੰਚਾਵਾਂਗੇ। ਕੋਈ ਵੀ ਸਮੱਸਿਆ ਹੈ ਖੇਤੀਬਾੜੀ ਦੇ ਨਾਲ ਸੰਬੰਧਿਤ, ਪਾਣੀ ਦੀ ਸਮੱਸਿਆ ਹੈ ਜਾਂ ਝੋਨੇ ਦੀ ਸਿੱਧੀ ਬਿਜਾਈ ਬਾਰੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕੋਈ ਵੀ ਸਵਾਲ ਕਰ ਸਕਦੇ ਹੋ। ਅਸੀਂ ਉਹਨਾਂ ਨੂੰ ਪੁੱਛ ਕੇ ਤੁਹਾਡੇ ਤੱਕ ਉਸ ਦਾ ਜਵਾਬ ਪਹੁੰਚਾਵਾਂਗੇ। ਔਰ ਕਿਸਾਨ ਭਗਵੰਤ ਸਿੰਘ ਜੀ, ਤੁਹਾਨੂੰ ਵੀ ਗੁਜ਼ਾਰਿਸ਼ ਹੈ ਜੇ ਤੁਸੀਂ ਸਵਾਲ ਕੋਈ ਕਰਨਾ ਚਾਹੁੰਦੇ ਹੋ ਤਾਂ ਉਹ ਜ਼ਰੂਰ ਕਰੋ ਡਾਕਟਰ ਭੁੱਲਰ ਜੀ ਨੂੰ। ਮੇਰੀ ਬੇਨਤੀ ਇੱਕ ਇਹ ਹੈ ਜੀ, ਜਿਹੜੀ ਰਿਕਮੈਂਡੇਸ਼ਨ ਹੁੰਦੀ ਹੈ ਯੂਨੀਵਰਸਿਟੀ ਦੀ, ਜਿਹੜਾ ਕੋਈ ਵੀ ਯੂਨੀਵਰਸਿਟੀ ਬੁੱਕ ਲਿਖਦੀ ਆ ਉਹਦੇ ਥੱਲੇ 2 ਲਫ਼ਜ਼ ਮਤਲਬ ਲਿਖ ਕੇ ਯੂਨੀਵਰਸਿਟੀ ਖੜਾ ਛਡਾ ਲੈਂਦੀ ਆ ਵੀ ਹਾਲਾਤਾਂ ਦੇ ਮੁਤਾਬਕ। ਜਿਹੜੇ ਹਾਲਾਤ ਆ ਹਰ ਡਿਸਟ੍ਰਿਕਟ ਦੇ ਆਪਣੇ ਆ। ਪਹਿਲਾਂ ਇੱਕ ਕੈਲੰਡਰ ਛਪਿਆ ਸੀਗਾ, ਉਹ ਅੱਡ-ਅੱਡ ਜ਼ੋਨਾਂ 'ਚ ਵੰਡਿਆ ਸੀ ਸਿੱਧੀ ਬਿਜਾਈ ਵਾਸਤੇ। ਅੱਜ ਕੈਲੰਡਰ ਖਤਮ ਹੋ ਗਿਆ ਪੰਜਾਬ ਦੇ ਵਿੱਚੋਂ, ਅੱਜ ਸਾਰਾ ਪੰਜਾਬ ਸਿੱਧੀ ਬਿਜਾਈ ਤੇ ਰੌਲਾ ਪਾ ਗਿਆ। ਹੁਣ ਉਹ ਕੈਲੰਡਰ ਕਿੱਧਰ ਲੋਪ ਹੋ ਗਿਆ, ਸਾਨੂੰ ਇਸ ਗੱਲ ਦੀ ਵੀ ਜਦੋਂ ਪਹਿਲਾਂ ਜ਼ੋਨ ਵਾਈਜ਼ ਕੈਲੰਡਰ ਦਿੱਤਾ ਸੀ ਬਿਜਾਈ ਇੱਥੇ ਹੋ ਸਕਦੀ, ਇੱਥੇ ਨਹੀਂ ਹੋ ਸਕਦੀ। ਜੇ ਉਹ ਤਜਰਬੇ ਤੋਂ ਬਗੈਰ ਬਣਿਆ ਸੀ ਉਹ ਬਣਿਆ ਸੀ। ਤੇ ਹੁਣ ਜੇ ਯੂਨੀਵਰਸਿਟੀ ਕਰਦੀ ਹੈ ਤੇ ਐਗਰੀਕਲਚਰ ਡਿਪਾਰਟਮੈਂਟ ਨੂੰ ਆਪਦੇ ਏਰੀਆ ਬਾਰੇ ਆਪਣਾ ਸਵਾਲ। ਮੇਰਾ ਸਰ ਜੀ ਸਵਾਲ ਇਹ ਹੈ, ਜੋ ਪੰਜਾਬ ਯੂਨੀਵਰਸਿਟੀ ਨੇ ਐਗਰੀਕਲਚਰ ਡਿਪਾਰਟਮੈਂਟ ਨੇ ਇਹ ਕੈਲੰਡਰ ਦਿੱਤਾ, ਮਤਲਬ ਇਸ ਡਿਸਟ੍ਰਿਕਟ ਦੇ ਵਿੱਚ ਸਿੱਧੀ ਬਿਜਾਈ ਹੋ ਸਕਦੀ, ਨਹੀਂ ਹੋ ਸਕਦੀ ਏਰੀਆ ਵਾਈਜ਼। ਹੁਣ ਹਾਂਜੀ ਪਹੁੰਚ ਗਏ ਜੀ। ਪਰ ਜਿਸ ਤਰ੍ਹਾਂ ਸਰਦਾਰ ਜੀ ਦੱਸ ਰਹੇ ਜੀ, ਆਵਾਜ਼ ਸੁਣ ਰਹੇ ਹੋ ਮੇਰੀ? ਹਾਂਜੀ ਸੁਣ ਰਹੇ ਹਾਂ ਜੀ। ਜੀ, ਕਿਸਾਨ ਭਗਵੰਤ ਸਿੰਘ ਨੇ ਸਵਾਲ ਕੀਤਾ, ਤੁਹਾਨੂੰ ਉਸ ਦਾ ਜਵਾਬ ਜ਼ਰੂਰ ਦਿਓ ਕਿ ਖੇਤੀਬਾੜੀ ਮਹਿਕਮੇ ਵੱਲੋਂ ਜਿਹੜੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਉਸ ਦੇ ਨਾਲ ਪੂਰਾ ਇੱਕ ਪਰਫਾਰਮਾ ਦੇ ਕੇ 2 ਲਾਈਨਾਂ ਲਿਖ ਕੇ ਤੇ ਆਪਣਾ ਖਹਿੜਾ ਛੁਡਵਾ ਲੈਂਦੇ ਆ। ਤੁਹਾਡਾ ਕੀ ਕਹਿਣਾ ਇਸ ਤੇ? ਨਹੀਂ, ਇਹਦੇ ਬਾਰੇ ਮੈਨੂੰ ਪਤਾ ਨਹੀਂ ਕਿਹੜੇ ਕੰਟੈਕਸਟ ਦੇ ਵਿੱਚ ਆਪਣੇ ਗੱਲ ਹੋ ਰਹੀ, ਪਰ ਮੈਂ ਇਹਦੇ ਬਾਰੇ ਤੁਹਾਨੂੰ ਦੱਸ ਦਿਆਂ। ਜਿਸ ਤਰ੍ਹਾਂ ਦੂਸਰਾ ਸਵਾਲ ਸੀਗਾ ਸਿੱਧੀ ਬਿਜਾਈ ਬਾਰੇ, ਵੀ ਇੱਕ ਕੈਲੰਡਰ ਬਣਾਇਆ ਸੀਗਾ। ਜਿਹੜੀ ਆਪਣੀ ਪਹਿਲੀ ਵਿਧੀ ਸੀਗਾ ਜੀ, ਉਹ ਪੰਜਾਬ ਦੀਆਂ 40% ਏਰੀਏ 'ਚ ਸੁਟੇਬਲ ਸੀਗਾ। ਜਿਹੜੀ ਅਸੀਂ ਹੁਣ ਨਵੀਂ ਵਿਧੀ ਦਿੱਤੀ ਹੈ, ਲਗਭਗ 85% ਏਰੀਆ ਜਿਹੜਾ ਝੋਨੇ ਦਾ, ਉੱਥੇ ਆਪਾਂ ਇਹਨੂੰ ਬੀਜ ਸਕਦੇ ਹਾਂ। ਦੂਜੀ ਗੱਲ ਜੀ, ਵੀ ਜਦੋਂ ਦੀ ਆਪਾਂ ਇਹ ਵਿਧੀ ਦਿੱਤੀ ਆ, ਹਰ ਹਫ਼ਤੇ ਅਸੀਂ ਜ਼ਿਮੀਂਦਾਰਾਂ ਨੂੰ ਸਾਡੇ ਖੇਤੀ ਸੰਦੇਸ਼ ਫੇਸਬੁੱਕ ਤੇ ਲਾਈਵ ਹੋ ਕੇ ਪੈਂਫਲੇਟ ਛਾਪ ਕੇ ਅਸੀਂ ਇਹਨੂੰ ਪੂਰਾ ਅਪਡੇਟ ਕਰ ਰਹੇ ਹਾਂ ਹਰ ਟਾਈਮ ਕਿਸ ਹਫ਼ਤੇ ਕਰਨਾ, ਕਿਉਂਕਿ ਜ਼ਿਮੀਂਦਾਰ ਬਹੁਤ ਨਵੇਂ ਨੇ। ਅਸੀਂ ਹਰ ਹਫ਼ਤੇ ਉਹਨਾਂ ਨੂੰ ਅਪਡੇਟ ਕਰ ਰਹੇ ਹਾਂ ਵੀ ਆਪਾਂ ਨੂੰ ਜਿਵੇਂ ਹੁਣ ਕਰੰਟ ਹੋ ਗਈ, ਉਹਦੀ ਅਸੀਂ ਐਡਵਾਈਸ ਦਿੱਤੀ। ਜਿਵੇਂ ਸਮੱਸਿਆ ਹਰ ਹਫ਼ਤੇ ਅਪਡੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜ਼ਿਮੀਂਦਾਰਾਂ ਨੂੰ, ਤਾਂ ਕਿ ਸਮੱਸਿਆ ਖਤਮ ਕਰ। ਹਾਂਜੀ ਜੀ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਹੋ, ਬੜੀ ਮਿਹਰਬਾਨੀ। ਅਖੀਰ ਦੇ ਵਿੱਚ ਡਾਕਟਰ ਗਿਆਨ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਖੇਤੀਬਾੜੀ ਮਸਲੇ ਦੇ ਉੱਤੇ, ਖੇਤੀਬਾੜੀ ਵਿਸ਼ੇ ਦੇ ਉੱਤੇ ਤੁਹਾਡੀ ਬਹੁਤ ਲੰਬੀ ਸਮਝ ਹੈ, ਬਹੁਤ ਕੰਮ ਕੀਤਾ, ਤਾਂ ਕਿਸਾਨਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਬਚਾਇਆ ਕਿਵੇਂ ਜਾ ਸਕਦਾ ਆਖਿਰਕਾਰ? ਇਹ ਸੰਦੀਪ ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਸਾਡੇ ਕੋਲ ਅੱਜ ਦੀ ਘੜੀ ਉਮੀਦ ਦੀ ਕਿਰਨ ਸਿਰਫ ਖੇਤੀਬਾੜੀ ਖੇਤਰ ਹੈ। ਕੇਂਦਰ ਸਰਕਾਰ ਤੇ ਸੂਬਾ ਸਰਕਾਰ ਨੂੰ ਇਹ ਖੇਤੀਬਾੜੀ ਖੇਤਰ ਨੂੰ ਆਪਦਾ ਜਿਹੜਾ ਵਿੱਤ ਹੈ ਉਹਦੀ ਵੰਡ ਵਧਾਉਣੀ ਪਊਗੀ ਤੇ ਉਹਨਾਂ ਦਾ ਨੈਸ਼ਨਲ ਇਨਕਮ 'ਚ ਹਿੱਸਾ ਵਧਾਉਣਾ ਪਊਗਾ। ਤੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਇਸ ਤਰ੍ਹਾਂ ਦੇ ਹੋਰ ਅਦਾਰੇ ਜਿਹੜੇ, ਉਹਨਾਂ ਨੂੰ ਖੋਜ ਦੇ ਵਿਕਾਸ ਕਾਰਜਾਂ ਲਈ ਵੀ ਮਤਲਬ ਫੰਡ ਦੇਣੇ ਪੈਣਗੇ। ਹਾਲ ਦੀ ਘੜੀ ਦਾ ਤਨਖਾਹਾਂ ਤੇ ਪੈਨਸ਼ਨਾਂ ਵੀ ਰੁਕ ਕੇ ਮਿਲਦੀਆਂ ਨੇ। ਜੇ ਖੋਜ ਤੇ ਵਿਕਾਸ ਨਹੀਂ ਹੋਊਗੀ ਤੇ ਫਿਰ ਕਿਸਾਨਾਂ ਨੂੰ ਇਹ ਕਿਹਾ ਜਾਊਗਾ ਕਿ ਤੁਸੀਂ ਥੋੜ੍ਹੀ ਬੀਜ ਕੇ ਦੇਖ ਲਓ, ਫਿਰ ਸਾਡੀਆਂ ਯੂਨੀਵਰਸਿਟੀਆਂ ਦਾ ਜਾਂ ਸਾਡੇ ਇਸ ਤਰ੍ਹਾਂ ਦੇ ਅਦਾਰਿਆਂ ਦਾ ਕੀ ਫਾਇਦਾ ਹੋਊਗਾ। ਕੁੱਲ ਮਿਲਾ ਕੇ ਗੱਲ ਹੈ, ਸਾਨੂੰ ਤਿੰਨੇ ਸੈਕਸ਼ਨ ਨੇ, ਕਿਸਾਨ, ਖੇਤ ਮਜ਼ਦੂਰ ਤੇ ਪੇਂਡੂ ਛੋਟੇ ਕਾਰੀਗਰ, ਉਹਨਾਂ ਨੂੰ ਜਿਉਂਦਾ ਰੱਖਣਾ ਪਊਗਾ। ਜਿਉਂਦਾ ਰੱਖਣ ਲਈ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਉਹਨਾਂ ਦੀ ਵਿੱਤੀ ਮਦਦ ਕਰੇ, ਉਹਨਾਂ ਦਾ ਇੱਕ ਘੱਟੋ ਘੱਟ ਜੀਵਨ ਪੱਧਰ ਜਿਹੜਾ ਉਹਨੂੰ ਬਣਾਈ ਰੱਖਣਾ ਯਕੀਨੀ ਬਣਾਵੇ। ਉਹਦੇ ਲਈ ਸਾਨੂੰ ਖੇਤੀ ਜਿਹੜੀ ਹੈਗੀ ਇਹਨਾਂ ਵਰਗਾਂ ਪੱਖੀ ਅਤੇ ਕੁਦਰਤ ਪੱਖੀ ਖੇਤੀ ਅਪਣਾਉਣੀ ਪਊ। ਖੋਜ ਤੇ ਵਿਕਾਸ ਕਾਰਜਾਂ ਨੂੰ ਅਪਣਾਉਣਾ ਪਊ। ਡਾਕਟਰ ਮੱਖਣ ਸਿੰਘ ਹੁਣ ਵੀ ਮੇਰੇ ਨਾਲ ਸਹਿਮਤ ਹੋਣਗੇ ਕਿ ਸਾਡੇ ਕੋਲ ਪਿੰਡਾਂ 'ਚ ਗ੍ਰਾਮ ਸੇਵਕ ਹੁੰਦੇ ਸੀ,
ਸਾਡੇ ਕੋਲ ਐਕਸਟੈਂਸ਼ਨ ਸਰਵਿਸ ਦੁਆਰਾ ਖਬਰਾਂ ਆਉਂਦੀਆਂ ਸੀ ਕਿ ਕੀ ਕਰਨਾ ਕੀ ਨਹੀਂ ਕਰਨਾ। ਹੁਣ ਤਾਂ ਗ੍ਰਾਮ ਸੇਵਕ ਦੀ ਪੋਸਟ ਵੀ ਖਤਮ ਹੋ ਗਈ ਹੈ ਤੇ ਜਿਹੜੀ ਐਕਸਟੈਂਸ਼ਨ ਸਰਵਿਸ ਦੀ ਇਹ ਗੱਲ ਕਰਦੇ ਆ ਉਹ ਸੰਦੇਸ਼ ਆਮ ਕਿਸਾਨ ਤੱਕ ਪਹੁੰਚਦਾ ਨਹੀਂ ਹੈਗਾ। ਜਦ ਤੱਕ ਹੋਰ ਪੈਸਾ ਆ ਕੇ ਖੋਜ ਦੇ ਵਿਕਾਸ ਦੇ ਕੰਮ ਨਹੀਂ ਹੋਣਗੇ, ਜਦ ਤੱਕ ਇਹ ਕੰਮ ਸਾਡਾ ਪਿੱਛੇ ਰਹੂਗਾ। ਪਰ ਇਹਦੇ ਪਿੱਛੇ ਰਹਿਣ ਨਾਲ ਸਾਰੀ ਅਰਥ ਵਿਵਸਥਾ ਪਿੱਛੇ ਰਹੂਗੀ। ਇਸ ਲਈ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਇਹਦੇ ਵੱਲ ਬਣਦਾ ਧਿਆਨ ਦੇਵੇ। ਜੀ ਬਿਲਕੁਲ, ਤੁਸੀਂ ਸਵਾਲ ਵਾਜਬ ਚੁੱਕਿਆ ਕਿ ਜੇਕਰ ਫੰਡ ਨਹੀਂ ਦਿੱਤੇ ਜਾਣਗੇ, ਜਾਰੀ ਨਹੀਂ ਕੀਤੇ ਜਾਣਗੇ ਖੋਜ ਕੇਂਦਰਾਂ ਨੂੰ, ਯੂਨੀਵਰਸਿਟੀਆਂ ਨੂੰ, ਜੇਕਰ ਪ੍ਰੋਫੈਸਰ ਨੂੰ ਇੱਕ ਤਨਖਾਹ ਸਹੀ ਟਾਈਮ ਤੇ ਨਹੀਂ ਮਿਲੇਗੀ ਤਾਂ ਉਹ ਖੋਜ ਵੱਲ ਧਿਆਨ ਕਿਸ ਤਰ੍ਹਾਂ ਲਗਾ ਸਕਦਾ ਹੈ? ਜਾਂ ਵਿਦਿਆਰਥੀ ਜਿਹੜੇ ਯੂਨੀਵਰਸਿਟੀਆਂ ਵਿੱਚ ਪੜ੍ਹਨ ਆਉਣਗੇ ਉਹ ਆਪਣੀ ਖੋਜ ਦਾ ਕੰਮ ਸਹੀ ਤਰੀਕੇ ਨਾਲ ਤਾਂ ਹੀ ਕਰ ਸਕਦੇ ਜੇ ਉਹਨਾਂ ਲਈ ਪੜ੍ਹਾਈ ਦਾ ਪ੍ਰਬੰਧ ਮੁਫਤ ਦੇ ਵਿੱਚ ਔਰ ਲਾਜ਼ਮੀ ਕੀਤਾ ਜਾਏਗਾ। ਬਹੁਤ ਸਾਰੀਆਂ ਗੱਲਾਂ ਖੇਤੀਬਾੜੀ ਮਹਿਕਮੇ ਦੇ ਨਾਲ ਜੁੜੀਆਂ ਹੋਈਆਂ ਨੇ ਔਰ ਇਸ ਦੇ ਉੱਤੇ ਅਸੀਂ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਅਸੀਂ ਸਮੱਸਿਆਵਾਂ ਨੂੰ ਹੱਲ ਕਰ ਸਕਦੇ ਹਾਂ। ਔਰ ਅਸੀਂ ਚਰਚਾ ਕਰਨ ਦੇ ਵਿੱਚ ਖਾਸ ਤੌਰ ਤੇ ਧਿਆਨ ਦਿੱਤਾ ਹੈ ਕਿ ਝੋਨੇ ਦੀ ਲਵਾਈ ਦੀ ਸਮੱਸਿਆ ਨੂੰ, ਜਿਹੜੀ ਕਿ ਹੁਣ ਇਸ ਵੇਲੇ ਮੌਜੂਦਾ ਦੌਰ ਦੇ ਵਿੱਚ ਆ ਰਹੀ ਹੈ, ਉਸ ਨੂੰ ਹੱਲ ਕਿਵੇਂ ਕਰਨਾ ਹੈ। ਔਰ ਸਰਬਜੀਤ ਸਿੰਘ ਜੀ, ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਗੱਲ ਇਹ ਹੈ ਕਿ ਹੁਣ ਜਿਹੜਾ ਸੰਕਟ ਦੇ ਸਮੇਂ ਦੇ ਵਿੱਚ ਸਰਕਾਰ ਨੂੰ ਕਿਸਾਨਾਂ ਦਾ ਹੱਥ ਫੜਨਾ ਚਾਹੀਦਾ ਹੈ। ਉਹਨਾਂ ਨੂੰ ਝੋਨੇ ਦਾ ਮੁੱਲ ਦੇ ਕੇ ਤੇ ਮਜ਼ਦੂਰਾਂ ਨੂੰ ਉਹਨਾਂ ਦੀ ਬਣਦੀ ਮਜ਼ਦੂਰੀ ਦੇ ਕੇ, ਤਾਂ ਜੋ ਜਿਹੜੀ ਪੰਜਾਬ ਦੀ ਖੇਤੀਬਾੜੀ ਹੈ, ਜਿਹੜਾ ਕਿ ਪ੍ਰਮੁੱਖ ਇੱਥੇ ਆਪਣਾ ਕੰਮ ਹੈ ਜਿਹੜੇ ਪੰਜਾਬ ਦੇ ਲੋਕਾਂ ਦਾ, ਤੇ ਉਹਨੂੰ ਉਹ ਜਿਉਂਦਾ ਰੱਖ ਸਕੀਏ ਤੇ ਜਿਹੜੇ ਕਿਸਾਨ ਹੈ ਉਹ ਖੇਤੀ ਨੂੰ ਚੰਗੀ ਤਰ੍ਹਾਂ ਮਤਲਬ ਆਪਣਾ ਉਹਦੇ 'ਚ ਉਹ ਕਰ ਸਕਣ। ਨਹੀਂ ਤਾਂ ਜੇ ਕਿਸਾਨੀ ਇੱਦਾਂ ਹੀ ਮਰਦੀ ਗਈ ਤਾਂ ਹੌਲੀ ਹੌਲੀ ਕਿਸਾਨ ਖੇਤੀ ਛੱਡਣੀ ਸ਼ੁਰੂ ਕਰ ਦੇਣਗੇ। ਤੇ ਪਹਿਲਾਂ ਹੀ ਪੰਜਾਬ ਦੇ ਕਿਸਾਨਾਂ ਦੇ ਬਹੁਤੇ ਪੁੱਤ ਬਾਹਰ ਨੂੰ ਚਲੇ ਗਏ ਆ ਤੇ ਆਪਾਂ ਚਾਹੁੰਦੇ ਹਾਂ ਵੀ ਪੰਜਾਬ ਦੀ ਖੇਤੀ ਜਿਉਂਦੀ ਰਹੇ ਤੇ ਸਰਕਾਰਾਂ ਨੂੰ ਇਹਦੇ ਲਈ ਕੁਝ ਕਰਨਾ ਚਾਹੀਦਾ ਜੀ। ਡਾਕਟਰ ਮੱਖਣ ਸਿੰਘ ਭੁੱਲਰ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਾਡੇ ਨਾਲ ਜੁੜੇ ਸਨ, ਤੁਹਾਡੀ ਵੀ ਬਹੁਤ ਬਹੁਤ ਮਿਹਰਬਾਨੀ ਜੀ। ਔਰ ਡਾਕਟਰ ਗਿਆਨ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਜਿਹੜੇ ਸਾਡੇ ਨਾਲ ਜੁੜੇ ਔਰ ਉਹਨਾਂ ਨੇ ਵਡਮੁੱਲੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਖਾਸ ਤੌਰ ਤੇ ਸਮੱਸਿਆ ਦੇ ਹੱਲ ਤੇ ਜ਼ੋਰ ਦਿੱਤਾ ਹੈ ਕਿ ਕਿਸ ਤਰ੍ਹਾਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕਦਾ ਹੈ। ਔਰ ਸਾਡੇ ਨਾਲ ਜਗਬਾਣੀ ਦੇ ਖੇਤੀਬਾੜੀ ਪੱਤਰਕਾਰ ਸਰਬਜੀਤ ਸਿੰਘ ਜੁੜੇ, ਉਹਨਾਂ ਨੇ ਜੋ ਕਿ ਕਿਸਾਨਾਂ ਦੇ ਵਿੱਚ, ਖੇਤ ਮਜ਼ਦੂਰਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਸਵਾਲ ਸਾਡੇ ਤੱਕ ਪਹੁੰਚਾਏ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਔਰ ਕਿਸਾਨ ਜ਼ਿਲ੍ਹਾ ਫਾਜ਼ਿਲਕਾ ਤੋਂ ਭਗਵੰਤ ਸਿੰਘ ਸਾਡੇ ਨਾਲ ਜੁੜੇ, ਉਹਨਾਂ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਦਾ ਉਹਨਾਂ ਨੂੰ ਕੁਝ ਫਾਇਦਾ ਹੋਇਆ ਹੈ ਜਾਂ ਨਹੀਂ ਹੋਇਆ। ਮੋਟੇ ਤੌਰ ਤੇ ਗੱਲ ਸਾਹਮਣੇ ਇਹੀ ਨਿਕਲ ਕੇ ਆਈ ਹੈ ਕਿ ਗੱਲਾਂ ਜਿੰਨੀਆਂ ਮਰਜ਼ੀ ਹੋਣ, ਇਸ ਨੂੰ ਹੱਲ ਕਰਨ ਦੇ ਲਈ ਸਰਕਾਰ ਨੂੰ ਹਮਲਾ ਹੋਣੀ ਮਾਰਨ ਦੀ ਲੋੜ ਹੈ। ਇਹ ਤਾਂ ਕਰੋਨਾ ਮਹਾਮਾਰੀ ਦੇ ਕਰਕੇ ਜੋ ਸਮੱਸਿਆ ਆਈ, ਪ੍ਰਵਾਸੀ ਮਜ਼ਦੂਰ ਨਹੀਂ ਆ ਸਕੇ, ਤਾਂ ਉਹਨਾਂ ਨੂੰ ਉਹਨਾਂ ਦੀ ਜਿਹੜੀ ਮਜ਼ਦੂਰੀ ਹੈ, ਇੱਥੋਂ ਦੇ ਜਿਹੜੇ ਲੋਕਲ ਜਾਂ ਸਥਾਨਕ ਮਜ਼ਦੂਰ ਕਹਿ ਲਈਏ, ਉਹਨਾਂ ਦੇ ਵਿੱਚ ਔਰ ਕਿਸਾਨਾਂ ਦੇ ਵਿੱਚ ਤਕਰਾਰ ਵੱਧ ਗਿਆ। ਔਰ ਮਜ਼ਦੂਰ ਨੇ ਉਹ ਆਪਣੀ ਥਾਂ ਤੇ ਇਸ ਗੱਲੋਂ ਵੀ ਸੱਚੇ ਮੰਨੇ ਜਾ ਰਹੇ ਨੇ ਕਿ ਉਹਨਾਂ ਕੋਲ ਹੋਰ ਰੁਜ਼ਗਾਰ ਦਾ ਸਾਧਨ ਨਹੀਂ, ਤਾਂ ਉਹਨਾਂ ਨੇ ਝੋਨੇ ਦੀ ਲਵਾਈ ਦਾ ਰੇਟ ਆ ਜਿਹੜਾ ਉਹ ਵਧਾ ਦਿੱਤਾ। ਔਰ ਦੂਜੇ ਪਾਸੇ ਕਿਸਾਨ ਨੇ ਜਿਹੜੇ ਉਹ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਨੇ ਔਰ ਉਹਨਾਂ ਦਾ ਵੀ ਸਵਾਲ ਵਾਜਬ ਬਣਦਾ ਹੈ ਆਪਣੀ ਜਗ੍ਹਾ ਤੇ ਕਿ ਅਸੀਂ ਇੰਨੀ ਝੋਨੇ ਦੀ ਲਵਾਈ ਨਹੀਂ ਦੇ ਸਕਦੇ। ਤੇ ਇਸ ਦਾ ਇੱਕੋ ਹੀ ਹੱਲ ਫਿਰ ਬਚਦਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ, ਜਿਸ ਦੇ ਡਾਕਟਰ ਮੱਖਣ ਸਿੰਘ ਭੁੱਲਰ ਹੋਰਾਂ ਨੇ ਫਾਇਦੇ ਵੀ ਦੱਸੇ ਨੇ ਕਿ ਪਾਣੀ ਦਾ ਖਾਸ ਤੌਰ ਤੇ ਬਚਾਅ ਹੋਵੇਗਾ ਔਰ ਜਿਹੜੀ ਝੋਨੇ ਦੀ ਲਵਾਈ ਦੀ ਬਚਤ ਵੀ ਹੋਵੇਗੀ। ਪਰ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਕੱਚੇ ਤੌਰ ਦੇ ਉੱਤੇ ਜੇ ਅਸੀਂ ਹੱਲ ਕਰਨਾ ਹੋਵੇ ਤਾਂ ਬਹੁਤ ਸਾਰੇ ਤਰੀਕੇ ਨੇ। ਜੇ ਪੱਕੇ ਤੌਰ ਤੇ ਹੱਲ ਕਰਨਾ ਹੈ ਤਾਂ ਸਰਕਾਰ ਨੂੰ ਪਹਿਲ ਕਦਮੀ ਕਰਨ ਦੀ ਲੋੜ ਹੈ। ਅਸੀਂ ਇਸ ਚਰਚਾ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਕਿਸਾਨਾਂ ਦੇ ਔਰ ਖੇਤ ਮਜ਼ਦੂਰਾਂ ਦੇ ਸਵਾਲ ਸਰਕਾਰ ਤੱਕ, ਪ੍ਰਸ਼ਾਸਨ ਤੱਕ ਪਹੁੰਚਾਏ ਜਾਣ ਤਾਂ ਕਿ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ। ਫਿਲਹਾਲ ਇਸ ਚਰਚਾ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।